ਜਿਵੇਂ ਉਹ ਕਹਿ ਰਹੇ ਵੀ ਜੇਲ੍ਹ ਚੋਂ ਹੈ, ਫਿਰ ਤਾਂ ਉਹ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ। ਫਿਰ ਤਾਂ ਬੜਾ ਮੰਦਭਾਗਾ, ਸਾਡੇ ਸੂਬੇ ਵਾਸਤੇ ਵੀ ਬੜਾ ਮੰਦਭਾਗਾ, ਕਿਉਂਕਿ ਅਸੀਂ ਬਾਰ-ਬਾਰ ਇਹ ਕਹਿ ਰਹੇ ਹਾਂ ਅਸੀਂ ਜੇਲ੍ਹਾਂ 'ਚ ਬੜਾ ਸੁਧਾਰ ਲਿਆਂਦਾ। ਪੁਲਿਸ ਵਾਲੇ ਨੇ ਕਿਸੇ ਨੂੰ ਹੈਕ ਕੀਤਾ, ਕਿਸੇ ਨੇ ਕਿਸੇ ਨੂੰ ਕੀਤਾ, ਆਪਣੀ ਗੇਮ ਖੇਡੀ ਜਾਂਦੇ ਆ, ਇੱਕ ਦੂਜੇ ਨੂੰ ਮਰਾਈ ਜਾਂਦੇ ਆ ਤੇ ਬਾਕੀ ਵੀ ਜੋ ਗਲਤ ਕੰਮ ਆ ਹੋਈ ਜਾਂਦੇ ਆ। ਪਹਿਲਾਂ ਤਾਂ ਕਤਲ ਹੁੰਦੇ ਆ, ਫਿਰ ਲਾਈਵ ਹੁੰਦੇ ਆ, ਫੋਨਾਂ ਦਾ ਸਵਾਲ ਸੀ, ਸਿਮ ਦਾ ਸਵਾਲ ਸੀਗਾ। ਦੂਜੀ ਹੁਣ ਇੰਟਰਵਿਊ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਕਿ ਇਹਦਾ ਮਤਲਬ ਜੇਲਾਂ ਫਿਰ ਜਿਹੜੀਆਂ ਨੇ ਉਹ ਗੈਂਗਸਟਰਸ ਦੇ ਲਈ ਇੱਕ ਸੇਫ ਸੁਰੱਖਿਅਤ ਜ਼ੋਨ ਬਣ ਗਈਆਂ ਨੇ। ਇਹਦੇ 'ਚ ਅਫਸਰਾਂ ਦੀ ਇਨਵੋਲਵਮੈਂਟ ਤਾਂ ਹੈਗੀ ਹੈ। ਇਹ ਇੰਟਰਵਿਊ ਹੋਇਆ ਕਿਵੇਂ? 1 ਘੰਟਾ ਇੱਕ ਬੰਦਾ ਫੋਨ ਯੂਜ਼ ਕਰ ਰਿਹਾ, ਉਹਦਾ ਡਾਟਾ ਯੂਜ਼ ਹੋ ਰਿਹਾ, ਉਹ ਅਲਰਟ ਨਹੀਂ ਹੋਈਆਂ। ਬੜੀ ਅਜੀਬ ਦੀ ਗੱਲ ਹੈ। ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਥੋੜੇ ਟਾਈਮ ਲਈ ਬਣਦਾ ਸੀ ਤੇ ਉਦੋਂ ਛੋਟੇ ਸੀ। ਸਭ ਤੋਂ ਪਹਿਲਾਂ ਜਿਹੜੇ ਪੰਜਾਬ 'ਚ ਜਿਹੜੇ ਆ ਝੂਠੇ ਮੁਕਾਬਲੇ ਹੋਏ, ਇਹ ਪ੍ਰਕਾਸ਼ ਸਿੰਘ ਬਾਦਲ ਨੇ ਕਰਾਏ। ਸੁਮੇਧ ਸਿੰਘ ਸਾਨੀ ਤੁਹਾਡੇ ਕੋਲ ਤੁਰਿਆ ਫਿਰਦਾ, ਜੇ ਇਹੋ ਜਿਹਾ ਬੰਦਾ ਡੀਜੀਪੀ ਲੱਗੂਗਾ ਤਾਂ ਪੁਲਿਸ ਕਿਹੋ ਜਿਹੀ ਹੋਏਗੀ? ਤੁਸੀਂ ਜੇ ਪੰਜਾਬ ਜੇਲ੍ਹਾਂ ਦੇ ਹਾਲਾਤ ਦੇਖੋ, ਪੰਜਾਬ ਤੋਂ ਜੇਲ੍ਹ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦਾ ਨਸ਼ਾ ਮਿਲਦਾ, ਉੱਥੇ ਹਰ ਤਰ੍ਹਾਂ ਦੀ ਗੈਂਗਸਟਰ ਨੂੰ ਸਹੂਲਤਾਂ ਮਿਲ ਰਹੀਆਂ। ਇਹ ਤਾਂ ਜੀ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ, ਪੋਲੀਟੀਕਲ ਵਿਲ ਹੋਣੀ ਚਾਹੀਦੀ ਹੈ। ਅੱਜ ਦੀ ਡੇਟ 'ਚ ਵੀ ਇੱਕ ਸਾਡਾ ਮੈਂਬਰ ਪਾਰਲੀਮੈਂਟ ਓਪਨ ਥ੍ਰੈਟ ਕਰਦਾ ਵੀ ਮੁਕਾਬਲਾ ਬਣਨਾ ਕੋਈ ਵੱਡੀ ਗੱਲ ਨਹੀਂ ਹੈ। ਇੱਥੇ 1 ਮਿੰਟ ਲੱਗਦਾ ਮੁਕਾਬਲਾ ਕਰਾਉਣ ਨੂੰ। ਏਜੰਸੀਜ਼ ਕਿੱਥੇ ਸੀਗੀਆਂ ਵੀ 1 ਘੰਟੇ ਤੋਂ ਫੋਨ ਚੱਲ ਰਿਹਾ, ਉਹ ਫਿਰ ਸੌਂ ਗਈਆਂ ਹੋਣਗੀਆਂ ਇਹ ਚੀਜ਼ਾਂ ਦੇਖ ਕੇ। ਸਾਡੀ ਚੁਣੀ ਹੋਈ ਸਰਕਾਰ ਦਾ ਕੰਮ ਕੀ ਹੈ? ਅਫਸਰਸ਼ਾਹੀ ਦੇ ਉੱਤੇ ਕੰਟਰੋਲ ਕਰਨਾ, ਅਫਸਰਸ਼ਾਹੀ ਦੇ ਉੱਤੇ ਨਿਗਾਹ ਰੱਖਣੀ। ਜੇ ਕਿਸੇ ਨੇ ਰੱਖਿਆ, ਕਿਸੇ ਅਫਸਰ ਨੇ ਰੱਖਿਆ, ਕਿਸੇ ਪੋਲੀਟੀਕਲ ਬੰਦੇ ਨੇ ਰੱਖਿਆ, ਉਹਨੂੰ ਕਟਹਿਰੇ 'ਚ ਲਿਆਓ। ਸਤਿ ਸ਼੍ਰੀ ਅਕਾਲ। ਰੋਜ਼ਾਨਾ ਸਪੋਕਸਮੈਨ ਵੇਖ ਰਹੇ ਸਾਰੇ ਦਰਸ਼ਕਾਂ ਦਾ ਦ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਅੱਜ ਦੀ ਇਸ ਚਰਚਾ ਦਾ ਜਿਹੜਾ ਵਿਸ਼ਾ ਬਹੁਤ ਅਹਿਮ ਹੈ, ਬਹੁਤ ਜ਼ਰੂਰੀ ਹੈ ਔਰ ਹੋ ਸਕਦਾ ਹੈ ਕਿ ਇਹ ਚਰਚਾ ਤੁਹਾਡੇ ਲਈ ਕਾਫੀ ਲਾਹੇਵੰਦ ਵੀ ਹੋਵੇ, ਇੱਕ ਜਾਣਕਾਰੀ ਭਰਪੂਰ ਵੀ ਹੋਵੇ, ਕਿਉਂਕਿ ਸਵਾਲ ਵੱਡਾ ਜਿਹੜੀਆਂ ਜੇਲ੍ਹਾਂ ਨੇ, ਜੇਲ੍ਹਾਂ ਜਿਵੇਂ ਸਾਡੇ ਮਨ ਦੇ ਵਿੱਚ ਘੜੀਆਂ ਗਈਆਂ ਨੇ, ਉਹਨਾਂ ਦੀ ਤਸਵੀਰ ਜਿਹੜੀ ਸਾਡੇ ਸਾਹਮਣੇ ਪੇਸ਼ ਕੀਤੀ ਜਾਂਦੀ ਹੈ ਉਹ ਕੀ ਹੈ ਤੇ ਜੇਲ੍ਹਾਂ ਹੁੰਦੀਆਂ ਕੀ ਨੇ ਤੇ ਉਹਨਾਂ ਦੀ ਭੂਮਿਕਾ ਕੀ ਹੁੰਦੀ ਹੈ ਤੇ ਬਣ ਕੀ ਗਈ ਹੈ। ਅਕਸਰ ਜੇਲ੍ਹਾਂ ਦੇ ਬਾਹਰ ਸੁਧਾਰ ਘਰ ਲਿਖਿਆ ਹੁੰਦਾ, ਬੇਸਿਕਲੀ ਉਹ ਸੁਧਾਰ ਘਰ ਹੁੰਦੀਆਂ ਨੇ। ਕਿਸੇ ਬੰਦੇ ਨੇ ਕੋਈ ਕ੍ਰਾਈਮ ਕੀਤਾ, ਕੋਈ ਗਲਤ ਕੰਮ ਕੀਤਾ ਹੈ, ਉਹ ਕੋਰਟ ਟ੍ਰਾਇਲ ਤੋਂ ਬਾਅਦ ਜੇਲ੍ਹ ਦੇ ਵਿੱਚ ਜਾਂਦਾ ਹੈ, ਉੱਥੇ ਉਸ ਨੂੰ ਅਹਿਸਾਸ ਹੋ ਸਕੇ ਕਿ ਉਹਨੇ ਗਲਤ ਕੰਮ ਕੀਤਾ, ਇਸ ਕਰਕੇ ਉਹਨੂੰ ਸਮਾਜ ਤੋਂ ਦੂਰ ਰੱਖਿਆ ਜਾਂਦਾ ਤਾਂ ਉਹ ਸੁਧਰ ਜਾਵੇ। ਸਵਾਲ ਇਹ ਖੜਾ ਹੁੰਦਾ ਹੈ ਜੋ ਆਏ ਦਿਨ ਗੈਂਗਸਟਰਸ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਜੇਲ੍ਹਾਂ ਦੇ ਅੰਦਰੋਂ ਜੋ ਸਾਹਮਣੇ ਆ ਰਹੀਆਂ ਨੇ, ਉਸ ਤੋਂ ਬਾਅਦ ਸਵਾਲ ਪੈਦਾ ਹੁੰਦਾ ਹੈ ਕਿ ਜੇਲ੍ਹਾਂ ਸੁਧਾਰ ਘਰ ਨੇ ਜਾਂ ਪਨਾਹਗਾਰ ਬਣ ਗਈਆਂ ਨੇ, ਪਨਾਹ ਘਰ ਬਣ ਗਈਆਂ ਨੇ, ਕੀ ਇਹ ਸੁਰੱਖਿਅਤ ਘਰ ਬਣ ਗਈਆਂ ਨੇ? ਜੇਲ੍ਹਾਂ ਸੁਧਾਰ ਘਰ ਨਾ ਹੋ ਕੇ ਸੇਫ ਘਰ ਬਣ ਗਈਆਂ ਨੇ ਕਿ ਉੱਥੋਂ ਉਹ ਸਾਰੀਆਂ ਵਾਰਦਾਤ ਨੂੰ ਅੰਜਾਮ ਦਿੰਦੇ ਨੇ? ਗੱਲ ਇਹ ਹੈ ਕਿ ਇਸ ਚਰਚਾ ਨੂੰ ਸ਼ੁਰੂ ਕਰਨ ਦੇ ਲਈ ਜਿਹੜੀ ਬੁਨਿਆਦ ਹੈ ਉਹ ਇਹ ਹੈ ਕਿ ਅਸੀਂ ਬਹੁਤ ਸਾਰੇ ਕੰਮਾਂ ਦੇ ਵਿੱਚ ਆਪਣੀ ਸੰਵੇਦਨਸ਼ੀਲਤਾ ਵਿਖਾਉਣੀ ਹੁੰਦੀ ਹੈ, ਆਪਣੀ ਵੇਦਨਾ ਦਿਖਾਉਣੀ ਹੁੰਦੀ ਹੈ। ਬਹੁਤ ਸਾਰੇ ਪੇਸ਼ੇ ਅਜਿਹੇ ਹੁੰਦੇ ਆ ਜਿਹੜੇ ਸਿੱਧੇ ਸਮਾਜ ਦੇ ਨਾਲ ਜ਼ਿੰਮੇਵਾਰਾਨਾ ਤੌਰ ਤੇ ਉੱਤੇ ਜੁੜੇ ਹੋਏ ਹੁੰਦੇ ਆ। ਉਹ ਚਾਹੇ ਵਕਾਲਤ ਹੈ, ਚਾਹੇ ਉਹ ਜਰਨਲਿਜ਼ਮ ਹੈ, ਉਹਦੇ ਵਿੱਚੋਂ ਅਸੀਂ ਵੀ ਹਾਂ। ਹੋ ਸਕਦਾ ਹੈ ਕਿ ਅਜਿਹੇ ਜ਼ਿੰਮੇਵਾਰਾਨਾ ਪੇਸ਼ੇ ਦੇ ਵਿੱਚ ਪਏ ਲੋਕ, ਮੇਰੇ ਵਰਗੇ ਵੀ ਬਹੁਤ ਸਾਰੇ, ਆਪਣੀ ਜ਼ਿੰਮੇਵਾਰੀ ਤੋਂ ਥਿੜਕੇ ਹੋਏ ਹੋਣਗੇ, ਥਿਰਕ ਜਾਂਦੇ ਹੋਣਗੇ, ਪਰ ਗੱਲ ਇਹ ਹੈ ਕਿ ਅਸੀਂ ਜ਼ਿੰਮੇਵਾਰੀ ਤੋਂ ਥਿਰਕੀਏ ਨਾ। ਗੱਲ ਇਹ ਹੈ ਕਿ ਜਦੋਂ ਕੋਈ ਕੈਦੀ ਜੇਲ੍ਹ ਦੇ ਵਿੱਚ ਹੁੰਦਾ, ਜਦੋਂ ਸਜ਼ਾ ਯਾਫਤਾ ਹੁੰਦਾ ਤਾਂ ਉਹ ਕਈ ਕੰਡੀਸ਼ਨ ਦੇ ਵਿੱਚ 2 ਹੀ ਬੰਦੇ ਮੁਲਾਕਾਤ ਕਰ ਸਕਦੇ ਆ। ਮਾਪੇ ਕਰ ਸਕਦੇ ਆ ਜਾਂ ਬਲੱਡ ਰਿਲੇਸ਼ਨ ਦੇ ਵਿੱਚ ਬੰਦੇ ਕਰ ਸਕਦੇ ਆ ਜਾਂ ਉਹਨਾਂ ਦਾ ਵਕੀਲ ਕਰ ਸਕਦਾ ਹੈ। ਪਰ ਉਸ ਤੋਂ ਬਾਅਦ ਜਿਹੜੀਆਂ ਹੋਰ ਮੁਲਾਕਾਤਾਂ ਹੁੰਦੀਆਂ ਨੇ ਕਿ ਉਹ ਕਾਨੂੰਨਨ ਤੌਰ ਤੇ ਠੀਕ ਹੈ, ਚਾਹੇ ਪੱਤਰਕਾਰਾਂ ਨਾਲ ਹੁੰਦੀਆਂ ਨੇ, ਚਾਹੇ ਕਿਸੇ ਹੋਰ ਨਾਲ ਹੁੰਦੀਆਂ ਨੇ। ਫਿਰ ਉਹਨਾਂ ਦੇ ਕਤਲ ਦੀ ਵੀਡੀਓ ਸਾਹਮਣੇ ਆਉਂਦੀਆਂ ਨੇ, ਲਾਈਵ ਹੋ ਕੇ ਗੱਲਾਂ ਕਰਦੇ ਆ, ਜੇਲ੍ਹਾਂ ਦੇ ਵਿੱਚ ਕਤਲ ਕਰ ਦਿੰਦੇ ਆ, ਜੇਲ੍ਹਾਂ ਦੇ ਵਿੱਚੋਂ ਸਾਰੀ ਪਲਾਨਿੰਗ ਘੜ ਲੈਂਦੇ ਆ, ਫਿਰ ਉਹ ਪੱਤਰਕਾਰਾਂ ਨੂੰ ਇੰਟਰਵਿਊ ਤੱਕ ਵੀ ਦਿੰਦੇ ਆ ਜੇਲ੍ਹਾਂ ਦੇ ਵਿੱਚ ਜਾ ਕੇ। ਉਹ ਗੈਂਗਸਟਰ ਜਿਨ੍ਹਾਂ ਦੇ ਉੱਤੇ ਵੱਡੇ ਇਲਜ਼ਾਮ ਨੇ, ਜਿਹੜੇ ਅੰਡਰ ਟ੍ਰਾਇਲ ਨੇ, ਜਿਹੜੇ ਕਈ ਜਿਹੜੇ ਕੇਸਾਂ ਦੇ ਵਿੱਚ ਸਜ਼ਾ ਯਾਫਤਾ ਨੇ, ਵੱਖ-ਵੱਖ ਡਿਸਟ੍ਰਿਕਟ ਦੀ ਪੁਲਿਸ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਜਾਂਦੀ ਹੈ ਤੇ ਉਹ ਸਿੱਧਾ ਕਹਿੰਦੇ ਆ ਕਿ ਫਲਾਨਾ ਮਾਰਨਾ ਸੀ, ਫਲਾਨਾ ਮਰ ਗਿਆ, ਫਲਾਨੇ ਨੂੰ ਹਲੇ ਅੰਜਾਮ ਦੇਣਾ ਬਾਕੀ ਹੈ। ਤਾਂ ਇੱਥੇ ਸਵਾਲ ਵੱਡਾ ਸਾਡੇ ਸਿਸਟਮ ਤੇ ਖੜਾ ਹੁੰਦਾ ਹੈ, ਖਾਸ ਕਰਕੇ ਜੇਲ੍ਹ ਪ੍ਰਸ਼ਾਸਨ ਤੇ ਖੜਾ ਹੁੰਦਾ ਹੈ। ਕਿਸੇ ਇੱਕ ਸੂਬੇ ਦੀ ਜੇਲ੍ਹ ਪ੍ਰਸ਼ਾਸਨ ਤੇ ਨਹੀਂ, ਸਾਰਿਆਂ ਤੇ ਖੜਾ ਹੁੰਦਾ ਹੈ। ਖਾਸ ਕਰਕੇ ਸਵਾਲ ਸਿੱਧਾ ਹੋਮ ਮਿਨਿਸਟਰੀ ਨੂੰ ਹੁੰਦਾ ਹੈ ਕਿ ਆਖਰ ਮੁਲਕ ਦੇ ਵਿੱਚ ਚੱਲ ਕੀ ਰਿਹਾ ਹੈ।
ਹੁਣ ਤਾਂ ਉੱਥੋਂ ਲਾਈਵ ਇੰਟਰਵਿਊਜ਼ ਹੋਣ ਲੱਗ ਪਈਆਂ ਨੇ। ਆਖਰ ਮੁਲਕ ਕਿੱਧਰ ਨੂੰ ਜਾ ਰਿਹਾ ਹੈ, ਕਿਹੜੀ ਤਰੱਕੀ ਦੀ ਅਸੀਂ ਗੱਲਾਂ ਕਰਦੇ ਹਾਂ। ਲੋਕ ਘਰਾਂ 'ਚ ਮਹਿਫੂਜ਼ ਨੇ, ਜਿਹੜੇ ਗੈਂਗਸਟਰ ਨੇ ਖੁੱਲੇ ਸਮਾਜ 'ਚ ਮਹਿਫੂਜ਼ ਨੇ, ਜਾਂ ਫਿਰ ਉੱਥੇ ਮਹਿਫੂਜ਼ ਨੇ? ਜੇ ਉੱਥੇ ਮਹਿਫੂਜ਼ ਨੇ, ਇਹਦਾ ਮਤਲਬ ਸਿਸਟਮ ਹੀ ਇਹਨਾਂ ਨੂੰ ਸ਼ਹਿ ਦੇ ਰਿਹਾ। ਅੱਜ ਇਹ ਚਰਚਾ ਜਿਹੜੀ ਹੈ ਇਸ ਵਿਸ਼ੇ ਤੇ ਕਰਾਂਗੇ। देखो जनाब जो तूफान है जो वो मोना लॉरेंस का भी फिलहाल यहीं पे है, बंद है हमारे पास टेंदरी जेल में बठिंडा में। देखो यहाँ पे पंजाब जेल्स का तो नहीं है ये कहीं पे भी, क्योंकि वक्त वक्त एजेंसीज को ले जाते हैं। गैंगस्टर इंटरव्यू दे रहे हैं, ये दोनों सरकार के ऊपर, पंजाब सरकार के ऊपर भी बहुत बढ़िया सवालिया चिन्ह है और केंद्र सरकार के ऊपर भी। इसका मतलब उनका राज है, वो जो भी चाहेंगे वो कर सकते हैं। ਸੋ ਸਰਕਾਰਾਂ ਦੇ ਉੱਤੇ ਸਵਾਲ ਨੇ, ਉਹ ਜੋ ਵੀ ਚਾਹਣ ਉਹ ਕਰ ਸਕਦੀਆਂ ਨੇ। ਕਿ ਵਾਕਈ ਇਸ ਤਰੀਕੇ ਨਾਲ ਹੁੰਦਾ? ਇੱਕ ਪੈਨਲ ਜੋ ਸਾਡੇ ਨਾਲ ਜੁੜਿਆ, ਉਹਨਾਂ ਦੇ ਨਾਲ ਤੁਹਾਡਾ ਤਾਰੁਫ ਕਰਵਾਉਂਦਾ ਹੋਇਆ ਇਸ ਚਰਚਾ 'ਚ ਉਹਨਾਂ ਦਾ ਇਸਤਕਬਾਲ ਕਰਾਂਗੇ। ਸਾਡੇ ਨਾਲ ਵਕੀਲ ਸਾਹਿਬ ਜੁੜੇ ਆ, ਰਵਿੰਦਰ ਸਿੰਘ ਬਾਸੀ ਸਾਹਿਬ, ਤੁਹਾਡਾ ਸਵਾਗਤ ਹੈ। ਨਿਊਟਨ ਸਿੱਧੂ ਜੀ ਨੇ, ਮਾਸਟਰ ਡੌਗ ਟ੍ਰੇਨਰ ਨੇ, ਤੁਹਾਡਾ ਇਸ ਚਰਚਾ ਦੇ ਵਿੱਚ ਜੀਓ ਆਇਆ ਨੂੰ। ਸੁਖਦੇਵ ਸਿੰਘ ਕਾਂਗਰਸ ਤੋਂ ਆਪਣੀ ਗੱਲਬਾਤ ਰੱਖਣਗੇ, ਤੁਹਾਡਾ ਵੀ ਸਵਾਗਤ ਹੈ। ਔਰ ਭੁਪਿੰਦਰ ਸਿੰਘ ਜਿਹੜੇ ਕਿ ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਨੇ, ਉਹ ਵੀ ਸਾਡੇ ਨਾਲ ਇਸ ਚਰਚਾ ਦੇ ਵਿੱਚ ਜੁੜੇ ਨੇ। ਉਹ ਵੀ ਸਾਨੂੰ ਇਹ ਗੱਲ ਤੋਂ ਰੂਬਰੂ ਕਰਾਉਣਗੇ ਕਿ ਕਿਵੇਂ ਸਿਆਸੀ ਸ਼ਹਿਰ ਦੇ ਵਿੱਚ ਪਲਦੇ ਆ, ਪੁਲਿਸ ਦੀ ਸ਼ਹਿਰ ਦੇ ਵਿੱਚ ਪਲਦੇ ਆ ਗੈਂਗਸਟਰ, ਕਿਵੇਂ ਜੇਲ੍ਹਾਂ ਦੇ ਵਿੱਚੋਂ ਆਪਣਾ ਕਾਰੋਬਾਰ ਤੋਰਦੇ ਆ। ਭੁਪਿੰਦਰ ਜੀ, ਤੁਹਾਡਾ ਵੀ ਇਸ ਚਰਚਾ ਦੇ ਵਿੱਚ ਜੀਓ ਆਇਆ ਨੂੰ। ਸਭ ਤੋਂ ਪਹਿਲਾਂ ਮੇਰਾ ਸਵਾਲ ਬਾਸੀ ਸਾਹਿਬ ਨੂੰ ਹੈ, ਬਿਨਾਂ ਕਿਸੇ ਦੇਰੀ ਤੋਂ। ਬਾਸੀ ਸਾਹਿਬ, ਗੱਲ ਇਹ ਆ ਕਿ ਜੋ ਜੇਲ੍ਹਾਂ ਦੇ ਵਿੱਚ ਚੱਲਦਾ ਹੈ, ਜੋ ਜੇਲ੍ਹ ਤੋਂ ਵੀਡੀਓਜ਼ ਸਾਹਮਣੇ ਆਉਂਦੀਆਂ ਨੇ, ਜਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਉਹ ਖੁੱਲੇ ਆਮ ਵੀਡੀਓ ਪਾਉਂਦੇ ਆ ਗੈਂਗਸਟਰ, ਕਤਲ ਕਰਨ ਤੋਂ ਬਾਅਦ ਲਾਈਵ ਹੁੰਦੇ ਆ, ਫਿਰ ਇਹ ਕਹਾਣੀ ਇੰਟਰਵਿਊ ਤੱਕ ਪਹੁੰਚ ਗਈ ਹੈ। ਇਹ ਫੇਲਿਅਰ ਕਿਹਦਾ ਹੈ ਤੇ ਸਵਾਲ ਕਿਹਦੇ ਉੱਤੇ ਸਿੱਧਾ ਸਿੱਧਾ ਖੜਾ ਹੁੰਦਾ? ਬਾਸੀ ਸਾਹਿਬ ਤੱਕ ਮੇਰੀ ਆਵਾਜ਼ ਨਹੀਂ ਪਹੁੰਚੀ। ਮੈਂ ਇਹੀ ਸਵਾਲ ਸੁਖਦੇਵ ਜੀ ਨੂੰ ਪੁੱਛਣਾ ਚਾਹੁੰਦਾ। ਸੁਖਦੇਵ ਜੀ, ਕੌਣ ਜ਼ਿੰਮੇਵਾਰ ਹੈ ਇਸ ਲਈ? ਦੇਖੋ, ਗੱਲ ਇਹ ਹੈ ਜੀ, ਜ਼ਿੰਮੇਵਾਰ ਤਾਂ ਫਿਰ ਸਿੱਧੇ ਤੇ ਸਿੱਧੀਆਂ ਸਰਕਾਰਾਂ ਹੀ ਹੁੰਦੀਆਂ। ਕੋਈ ਵੀ ਸਰਕਾਰ ਹੋਵੇ, ਮੈਂ ਹੁਣ ਕਿਸੇ ਇੱਕ ਪਾਰਟਿਕੂਲਰ ਸਰਕਾਰ ਦੀ ਗੱਲ, ਜਿਸ ਸਰਕਾਰ ਦੇ ਵਿੱਚ ਇਸ ਕਿਸਮ ਦਾ ਇਹ ਵਰਤਾਰਾ ਚੱਲ ਰਿਹਾ ਹੈ ਜੋ ਆਪਾਂ ਦੇਖ ਰਹੇ ਹਾਂ, ਮੇਰੇ ਖਿਆਲ ਦੇ ਵਿੱਚ ਜੋ ਉਹ ਇੱਕ ਇੰਟਰਵਿਊ ਲਾਰੈਂਸ ਦੀ ਬੜੀ 1 ਘੰਟੇ ਦੀ ਬੜੇ ਵੱਡੇ ਤੌਰ ਤੇ ਆਪਾਂ ਚਲਾਈ ਹੈ, ਮੇਰੇ ਖਿਆਲ ਦੇ ਵਿੱਚ ਜਿਵੇਂ ਉਹ ਕਹਿ ਰਹੇ ਵੀ ਜੇਲ੍ਹ ਚੋਂ ਹੈ, ਫਿਰ ਤਾਂ ਉਹ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ। ਫਿਰ ਤਾਂ ਬੜਾ ਮੰਦਭਾਗਾ, ਸਾਡੇ ਸੂਬੇ ਵਾਸਤੇ ਵੀ ਬੜਾ ਮੰਦਭਾਗਾ, ਕਿਉਂਕਿ ਅਸੀਂ ਬਾਰ-ਬਾਰ ਇਹ ਕਹਿ ਰਹੇ ਹਾਂ ਅਸੀਂ ਜੇਲ੍ਹਾਂ 'ਚ ਬੜਾ ਸੁਧਾਰ ਲਿਆਂਦਾ, ਵੀ ਅਸੀਂ ਤਾਂ ਜੀ ਦੇਖੋ ਪਿਛਲੇ ਸਮਿਆਂ ਦੇ ਵਾਲਿਆਂ ਦੇ ਕੰਡੇ ਚੁੱਕ ਰਹੇ ਹਾਂ। ਦੇਖੋ, ਗੱਲ ਇਹ ਹੈ, ਇਹ ਕਹਿ ਕੇ ਖੜਾ ਨਹੀਂ ਛੁੱਟਣਾ ਕਿਸੇ ਵੀ ਸਰਕਾਰ ਦਾ, ਚਾਹੇ ਉਹ ਸਾਡੇ ਸਮੇਂ 'ਚ ਹੋਵੇ, ਚਾਹੇ ਸੈਂਟਰ ਗਵਰਨਮੈਂਟ ਦਾ ਹੋਵੇ, ਚਾਹੇ ਸਟੇਟ ਗਵਰਨਮੈਂਟ ਦਾ ਹੋਵੇ। ਕੋਈ ਵੀ ਇੰਸੀਡੈਂਟ ਹੁੰਦਾ, ਉਹ ਤੋਂ ਇਹ ਕਹਿ ਕੇ ਆਪਾਂ ਖੜਾ ਨਹੀਂ ਛੁਡਾ ਸਕਦੇ ਹੁੰਦੇ ਵੀ ਇਹ ਪਿਛਲਿਆਂ ਦਾ ਕੰਮ ਸੀ, ਇਹ ਅਗਲਿਆਂ ਦਾ ਕੰਮ ਹੈ, ਕੰਡੇ ਕੋਈ ਹੋਰ ਬੀਜ ਗਿਆ, ਮੈਂ ਚੁੱਕ ਰਿਹਾ। ਦੇਖੋ ਆਪਾਂ ਗੋਇੰਦਵਾਲ ਸਾਹਿਬ ਜੇਲ੍ਹ ਦੇਖ ਲਈਏ। ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚੋਂ ਉੱਥੋਂ ਦਾ ਜਿਹੜਾ ਜੇਲ੍ਹ ਪ੍ਰਸ਼ਾਸਨ ਆ, ਉਹ 4 ਮਹੀਨੇ ਪਹਿਲਾਂ ਲਿਖ ਦਿੰਦਾ ਦਸੰਬਰ ਦੇ ਵਿੱਚ ਵੀ ਆਹ 7 ਬੰਦੇ ਨੇ, ਇਹ 7 ਬੰਦਿਆਂ ਨੂੰ ਇੱਥੋਂ ਸ਼ਿਫਟ ਕਰ ਦਿਓ। ਉਹ ਜੇਲ੍ਹਾਂ ਵੀ ਦੱਸਦੇ ਆ ਵੀ ਆਹ ਹਾਈ ਸਿਕਿਉਰਿਟੀ ਜੇਲ੍ਹਾਂ ਨੇ, ਇੱਥੋਂ ਸ਼ਿਫਟ ਕਰ ਦਿਓ। ਸਾਡਾ ADGP ਜਾਂ ਸਾਡਾ ਹੋਮ ਮਿਨਿਸਟਰ ਜਿਹੜਾ ਜੋ CM ਹੈ, ਕੋਈ ਉਹਤੇ ਐਕਸ਼ਨ ਨਹੀਂ ਲੈਂਦੇ। ਉਸ ਤੋਂ ਬਾਅਦ ਉਹ ਕਿੱਡਾ ਵੱਡਾ ਉੱਥੇ ਉਹ ਵਰਤਾਰਾ ਵਾਪਰਦਾ ਹੈ, ਔਰ ਜਿਹੜੇ ਉਹ ਸਬੂਤ ਖਤਮ ਕੀਤੇ ਜਾ ਰਹੇ ਨੇ ਜਿਹੜੇ ਕਿ ਸਿੱਧੂ ਮੂਸੇਵਾਲੇ ਦੇ ਕਤਲ ਨਾਲ ਸੰਬੰਧਿਤ ਹੈ, ਔਰ ਉੱਥੇ ਉਹ ਲੜਦੇ ਆ, ਮਰਦੇ ਆ, ਫਿਰ ਉਸ ਤੋਂ ਬਾਅਦ ਉਹਨਾਂ ਦੀ ਵੀ ਵੀਡੀਓ ਸਾਹਮਣੇ ਆ ਜਾਂਦੀ ਹੈ। ਔਰ ਉਸ ਤੋਂ ਤਾਂ ਮੇਰੇ ਖਿਆਲ ਦੇ ਵਿੱਚ ਅਸੀਂ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਇਦੋਂ ਵੱਡੀ ਨਲਾਇਕੀ ਕੀ ਗਿਣ ਸਕਦੇ ਆ ਵੀ ਪਹਿਲਾਂ ਉੱਥੋਂ ਦਾ ਪ੍ਰਸ਼ਾਸਨ ਜੇ ਚੇਤਨ ਕਰਦਾ ਵੀ ਭਾਈ ਇੱਥੋਂ ਬਦਲ ਦੋ, ਉਹ ਨਹੀਂ ਬਦਲੇ ਜਾਂਦੇ, ਫਿਰ ਉੱਥੇ ਹੋ ਜਾਂਦਾ, ਫਿਰ ਅਸੀਂ ਕਹਿੰਦੇ ਆ ਜੀ ਅਸੀਂ ਐਕਸ਼ਨ ਲੈ ਲਿਆ। ਪਹਿਲਾਂ ਉਹਨਾਂ ਨੂੰ ਅਰੈਸਟ ਕਰਦੇ ਆ ਅਸੀਂ ਉੱਥੋਂ ਦੇ ਅਫਸਰਾਂ ਨੂੰ, ਉਹਨਾਂ ਨੂੰ ਅਗਲੇ ਦਿਨ ਜ਼ਮਾਨਤ ਮਿਲ ਜਾਂਦੀ ਹੈ, ਫਿਰ ਅਸੀਂ ਕਹਿੰਦੇ ਜੀ ਦੁਬਾਰਾ ਅਰੈਸਟ ਕਰ ਲੈ, ਸੰਗੀਨ ਜੁਰਮ ਤੇ ਅਸੀਂ ਇਲਜ਼ਾਮ ਲਾਤੇ, ਜਾ ਕੇ ਪੁਲਿਸ ਉਹੀ ਜਿਹੜੀ IO ਹੁੰਦੀ ਹੈ, ਜਿਹੜੀ ਉਹ ਇਨਕੁਆਇਰੀ ਕਰ ਰਹੀ ਹੈ, ਉਹ ਕਹਿੰਦੀ ਇਹਨਾਂ ਦੇ ਖਿਲਾਫ ਹੈ ਕੁਝ ਨਹੀਂ, ਫਿਰ ਜ਼ਮਾਨਤ ਮਿਲ ਜਾਂਦੀ ਹੈ। ਮੇਰੇ ਖਿਆਲ ਦੇ ਵਿੱਚ ਜੋ ਅੱਜ ਹੋ ਰਿਹਾ ਹੈ, ਇਹ ਸਾਡੀ ਤਾਂ ਸਮਝ ਤੋਂ ਬਾਹਰ ਬਹੁਤ ਗੰਭੀਰ ਹੈ ਔਰ ਬਹੁਤ ਸਮਝਣ ਦੀ ਜ਼ਰੂਰਤ ਹੈ। ਆ ਸਮਾਜ ਕਿਸ ਦਿਸ਼ਾ ਵੱਲ ਜਾ ਰਿਹਾ ਹੈ? ਜਿਹੜੇ ਲੋਕ ਨੌਕਰੀ ਪੇਸ਼ਾ ਲੋਕ ਹੈ, ਮਿਹਨਤਕਸ਼ ਲੋਕ ਹੈ, ਮਜ਼ਦੂਰੀ ਕਰਨ ਵਾਲੇ ਦਿਹਾੜੀਦਾਰ ਲੋਕ ਹੈ, ਜਿਹੜਾ ਕਿ ਆਰਾਮ ਨਾਲ ਖਾਣਾ, ਚੈਨ ਦੀ ਜ਼ਿੰਦਗੀ ਸੌਣਾ ਪਸੰਦ ਕਰਦੇ ਆ। ਇੱਥੇ ਸਵਾਲ ਮੈਂ ਭੁਪਿੰਦਰ ਜੀ ਨੂੰ ਪੁੱਛਾਂਗਾ, ਜੈਪਾਲ ਭੁੱਲਰ ਦੇ ਪਿਤਾ। ਭੁਪਿੰਦਰ ਜੀ, ਗੱਲ ਇਹ ਆ
ਕਿ ਪਹਿਲਾ ਤਾਂ ਸਵਾਲ ਇਹ ਹੈ ਕਿ ਮੁੰਡੇ ਗੈਂਗਸਟਰ ਕਿਉਂ ਬਣਦੇ, ਆਪਾਂ ਪਹਿਲਾਂ ਵੀ ਚਰਚਾ ਕੀਤੀ ਹੈ ਪਰ ਤੁਸੀਂ ਇਹਦੇ ਤੇ ਵੀ ਥੋੜਾ ਜਿਹਾ ਚਾਨਣਾ ਪਾਇਓ। ਦੂਜੀ ਗੱਲ, ਜਦੋਂ ਗੈਂਗਸਟਰ ਬਣ ਜਾਂਦੇ ਆ ਵੀ ਜਿਹੜੇ ਤਾਂ ਨਾਲ ਮਿਲ ਕੇ ਚੱਲਦੇ ਆ ਸਰਕਾਰਾਂ ਦੇ, ਕੀ ਫਿਰ ਜੇਲ੍ਹਾਂ ਉਹਨਾਂ ਦੇ ਲਈ ਪਨਾਹਗਾਰ ਬਣ ਜਾਂਦੀਆਂ ਨੇ? ਕਿਉਂਕਿ ਪਹਿਲਾਂ ਤਾਂ ਕਤਲ ਹੁੰਦੇ ਆ, ਫਿਰ ਲਾਈਵ ਹੁੰਦੇ ਆ, ਫੋਨਾਂ ਦਾ ਸਵਾਲ ਸੀ, ਸਿਮ ਦਾ ਸਵਾਲ ਸੀਗਾ। ਦੂਜੀ ਹੁਣ ਇੰਟਰਵਿਊ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਕਿ ਇਹਦਾ ਮਤਲਬ ਜੇਲ੍ਹਾਂ ਫਿਰ ਜਿਹੜੀਆਂ ਨੇ ਉਹ ਗੈਂਗਸਟਰਸ ਦੇ ਲਈ ਇੱਕ ਸੇਫ ਸੁਰੱਖਿਅਤ ਜ਼ੋਨ ਬਣ ਗਈਆਂ ਨੇ। ਹਾਂਜੀ, ਇਹ ਤੁਸੀਂ ਦੇਖਿਆ ਹੀ ਆ ਜੀ, ਵੱਡੇ ਪੁਲਿਸ ਅਫਸਰਾਂ ਦੀ ਸਾਰੀ, ਮੈਨੂੰ ਤਾਂ ਲੱਗਦਾ ਵੀ ਸਾਰੀ ਉਹਨਾਂ ਦੀ ਸਾਜ਼ਿਸ਼ ਨਾਲ ਹੀ ਇਹ ਸਭ ਕੁਝ ਹੋ ਰਿਹਾ, ਨਹੀਂ ਤੇ ਹੋ ਨਹੀਂ ਸਕਦਾ ਜੀ, ਕਦੀ ਹੋਇਆ ਹੀ ਨਹੀਂ। ਪੁਲਿਸ ਦੇ ਅੱਜ ਤੱਕ ਦੇ ਪਿਛਲੀ ਹਿਸਟਰੀ 'ਚ ਇਹ ਗੱਲਾਂ ਨਹੀਂ ਸੁਣ ਚ ਆਈਆਂ। ਬੜੀ ਚਿੰਤਾ ਦੀ ਤੇ ਹੈਰਾਨੀ ਦੀ ਗੱਲ ਆ ਵੀ ਇਹ ਹੁਣ ਤੇ ਕਿਵੇਂ ਗੱਲ ਕਰ ਸਕਦੇ ਆ ਜਾਂ ਕਿਵੇਂ ਅਕਸਰ ਉਹ ਲੋਕ ਕਰਾਉਂਦੇ ਆ। ਮੈਨੂੰ ਤੇ ਲੱਗਦਾ ਵੀ ਜਿੰਨੇ ਵੀ ਇਹ ਮੁੰਡੇ ਗੈਂਗਸਟਰ ਆ, ਇਹਨਾਂ ਨੂੰ ਕਿਸੇ ਨਾ ਕਿਸੇ ਪੁਲਿਸ ਵਾਲੇ ਨੇ ਕਿਸੇ ਨੂੰ ਹੈਕ ਕੀਤਾ, ਕਿਸੇ ਨੇ ਕਿਸੇ ਨੂੰ ਕੀਤਾ, ਆਪਣੀ ਗੇਮ ਖੇਡੀ ਜਾਂਦੇ ਆ, ਇੱਕ ਦੂਜੇ ਨੂੰ ਮਰਾਈ ਜਾਂਦੇ ਆ ਤੇ ਬਾਕੀ ਵੀ ਜੋ ਗਲਤ ਕੰਮ ਆ ਹੋਈ ਜਾਂਦੇ ਆ। ਤੇ ਕਿਤੇ ਨਾ ਕਿਤੇ ਪੁਲਿਸ ਅਫਸਰਾਂ ਦੀ ਦੂਜੀ ਗੱਲ ਇਹ ਆ ਵੀ ਜਦੋਂ ਦੀ ਆ ਸਰਕਾਰ ਨਵੀਂ ਆਈ ਆ ਜੀ, ਤੇ ਉਹਨਾਂ ਨੇ ਹਰ ਸੰਭਵ ਕੋਸ਼ਿਸ਼ ਕੀਤੀ ਆ ਕਿ ਹਰ ਚੀਜ਼ ਸੁਧਾਰ ਲਿਆ ਜਾਏ, ਕਰਪਸ਼ਨ 'ਚ ਸੁਧਾਰ ਕੀਤਾ ਜਾਵੇ, ਰੋਕਿਆ ਜਾਵੇ। ਪਰ ਇਸ ਗੱਲ ਦਾ ਮੈਨੂੰ ਵੀ ਦਿਮਾਗ ਨੂੰ ਵਾਰ-ਵਾਰ ਆਉਂਦੀ ਸੀ ਗੱਲ ਕਿ ਇਹ ਸਿਸਟਮ ਨੇ ਇਹਨਾਂ ਨੂੰ ਚੱਲਣ ਨਹੀਂ ਦੇਣਾ। ਇਹਨਾਂ ਨੂੰ ਨਹੀਂ ਭੁਪਿੰਦਰ ਜੀ, ਇਸ ਮਸਲੇ 'ਚ ਤੁਸੀਂ ਸਰਕਾਰ ਨੂੰ ਤਾਂ ਬਰੀ ਕਰ ਰਹੇ ਹੋ, ਸਰਕਾਰ ਨੂੰ ਤਾਂ ਕਲੀਨ ਚਿੱਟ ਦੇ ਰਹੇ ਹੋ, ਤੁਸੀਂ ਸਾਰੀ ਗਾਜ ਪੁਲਿਸ ਪ੍ਰਸ਼ਾਸਨ ਦੇ ਉੱਤੇ ਸਿੱਟ ਰਹੇ ਹੋ। ਤੁਸੀਂ ਕਹਿ ਰਹੇ ਹੋ ਕਿ ਵੱਡੇ ਪੁਲਿਸ ਅਫਸਰਾਂ ਦੀ ਸਾਜ਼ਿਸ਼ ਹੈ, ਉਹਨਾਂ ਨੂੰ ਕੀ ਮਿਲੂਗਾ ਜੀ ਸਾਜ਼ਿਸ਼ਾਂ ਕਰਵਾ ਕੇ? ਦੇਖੋ ਜੀ, ਉੱਥੇ ਕੋਈ ਜਿਹੜਾ ਮੰਤਰੀ ਜਾਂ MLA ਦੀ ਡਿਊਟੀ ਤੇ ਨਹੀਂ ਹੈ ਨਾ ਜੇਲ੍ਹ 'ਚ ਪ੍ਰੋਟੈਕਸ਼ਨ ਕਰਨੀ ਜਾਂ ਇਹ ਸਾਰੀਆਂ ਚੀਜ਼ਾਂ ਲੋਕ ਜਿਹੜੀ ਪੁਲਿਸ ਹੀ ਕਰਦੀ ਹੈ ਨਾ, ਪੁਲਿਸ ਦੇ ਅਫਸਰ ਕਰਦੇ, ਉਹਨਾਂ ਦੇ ਹੁਕਮ ਨਾਲ ਚੱਲਦਾ। ਪਰ ਓਪੋਜੀਸ਼ਨ ਪਾਰਟੀਆਂ ਕਹਿੰਦੀਆਂ ਨੇ ਕਿ ਪੋਲੀਟੀਕਲ ਵਿਲ ਚਾਹੀਦੀ ਹੈ, ਅਫਸਰ ਸਿੱਧੇ ਹੋ ਜਾਣਗੇ। ਜਿਹੜੀਆਂ ਆਪੋਜੀਸ਼ਨ ਕਹਿੰਦੀਆਂ ਨੇ, ਇਹਨਾਂ ਨੇ ਸਾਰਾ ਕੁਝ ਕੀਤਾ ਜੀ। ਇਹ ਸ਼ੁਰੂ ਕਿਵੇਂ ਹੋਇਆ? ਇਹ ਕਾਂਗਰਸ ਤੋਂ ਸ਼ੁਰੂ ਹੋਇਆ, ਫਿਰ ਅਕਾਲੀ ਆ ਗਏ, ਫਿਰ ਕਾਂਗਰਸ ਆ ਗਈ, ਫਿਰ ਉਹ ਅਕਾਲੀ ਆ ਗਏ। ਇਹਨਾਂ ਲੋਕਾਂ ਨੇ, ਦੋਨਾਂ ਪਾਰਟੀਆਂ ਨੇ, ਅਕਾਲੀ ਪਾਰਟੀ ਤੇ ਕਾਂਗਰਸ ਪਾਰਟੀ ਨੇ ਪਿਛਲੇ 25-30 ਸਾਲ ਤੋਂ ਹੀ ਇਹ ਗੇਮ ਸ਼ੁਰੂ ਕੀਤੀ ਹੈ ਜੀ। ਤੇ ਹੁਣ ਤੇ ਇਹ ਨਵੇਂ ਲੋਕ ਆਏ ਆ ਤੇ ਦੂਜੀਆਂ ਦੋਨੇ ਪਾਰਟੀਆਂ ਇਹਨਾਂ ਦੇ ਮਗਰ ਪਈਆਂ ਨੇ। ਜਾਂ ਪਹਿਲੀ ਗੱਲ, ਮੇੜੋ ਮੇੜੀ ਤੋਂ ਇਲਾਵਾ ਕੋਈ ਗੱਲ ਨਹੀਂ ਹੋ ਰਹੀ। ਤੇ ਇਹ ਬੜਾ ਆਮ ਪਾਰਟੀ ਲਈ ਮੁਸ਼ਕਲ ਦਾ ਟਾਈਮ ਆ ਕਿ ਉਹ ਇਹਨੂੰ ਹੈਂਡਲ ਕਿਵੇਂ ਕਰਦੇ ਆ। ਕੀ ਇਹਨਾਂ ਅਫਸਰਾਂ ਚੋਂ ਚੰਗੇ ਅਫਸਰ ਛਾਂਟ ਕੇ ਜਾਂ ਜਿਹੜੇ ਗਲਤ ਕੰਮ ਕਰਦੇ ਆ ਉਹਨਾਂ ਨੂੰ ਸਜ਼ਾ ਦੇ ਸਕਦੇ ਆ? ਪਰ ਭੁਪਿੰਦਰ ਜੀ, ਪੁਲਿਸ ਦਾ ਕੰਮ ਤਾਂ ਕ੍ਰਾਈਮ ਨੂੰ ਖਤਮ ਕਰਨਾ ਹੈ, ਮਾੜੇ ਅਨਸਰਾਂ ਤੇ ਨੱਥ ਪਾਉਣੀ ਹੈ, ਪਰ ਮਿਲੂਗਾ ਕੀ ਪੁਲਿਸ ਨੂੰ? ਤੁਸੀਂ ਕਹਿ ਰਹੇ ਹੋ ਕਿ ਪੁਲਿਸ ਦੀ ਸਾਜ਼ਿਸ਼ ਹੈ, ਉਹਨਾਂ ਨੂੰ ਮਿਲੂਗਾ ਕੀ ਇਸ ਚੀਜ਼ ਤੋਂ? ਵੇਖੋ ਜੀ, ਜਿਹੜੇ ਵੱਡੇ ਪੁਲਿਸ ਅਫਸਰ ਜਿੰਨੇ ਆ, ਪਹਿਲੀ ਗੱਲ ਤੇ ਅਫਸਰਾਂ ਦੀ ਬੜੀ ਵੱਡੀ ਧਾੜ ਪੰਜਾਬ 'ਚ ਲਾਈ ਹੋਈ ਆ ਤੇ ਇਹ 84 ਤੋਂ ਹੀ ਸ਼ੁਰੂ ਹੋ ਗਿਆ ਸੀਗਾ ਜੀ। ਜਿੰਨੀ ਵੱਡੇ ਅਫਸਰਾਂ ਦੀ ਨਫਰੀ ਆ, ਇਹਨੂੰ ਚੌਥਾ ਪੰਜਵਾਂ ਹਿੱਸਾ ਮਤਲਬ ਘੱਟ ਦੀ ਲੋੜ ਆ। ਉਦੋਂ ਹਾਲਾਤਾਂ ਉਹਨਾਂ ਦੇ ਖਰਾਬ ਕਰਕੇ ਤੇ ਅਫਸਰ ਲਾਈ ਗਏ। ਹੁਣ ਉਹ ਅਫਸਰ ਵੇਲੇ ਕੀ ਕਰਨ? ਅਫਸਰਾਂ ਦੀ ਬਹੁਤ ਵੱਡੀ ਧਾੜ ਆ। ਬਾਕੀ 100 ਬੰਦਾ ਹਰ ਅਫਸਰ ਦੇ ਨਾਲ, ਗਨਮੈਨ, ਸਿਕਿਉਰਿਟੀ, ਉਹਦੇ ਘਰ ਲਈ ਬਾਹਰਲੀ ਲਾਇਆ ਹੋਇਆ। ਤੇ ਇਹ ਹੁਣ ਮੈਨੂੰ ਇਹ ਤਾਂ ਨਹੀਂ ਕਹਿ ਸਕਦੇ, ਪਰ ਜਿਹੜੇ ਅਫਸਰ ਕਿਸੇ ਦੇ ਲਿੰਕ 'ਚ ਆ ਜਾਂ ਵੱਡੇ ਅਫਸਰ ਤੋਂ ਬਗੈਰ ਥੱਲੇ ਵਾਲੀ ਪੁਲਿਸ ਕੁਝ ਨਹੀਂ ਕਰ ਸਕਦੀ। ਮੈਂ ਤੇ ਛੋਟੀ ਠੀਕ ਹੈ। ਮੈਂ ਤੁਹਾਡਾ ਜਿਹੜਾ ਸਵਾਲ ਹੈ, ਜਿਹੜਾ ਤੁਹਾਡਾ ਸੰਸਾ ਹੈ, ਖਦਸ਼ਾ ਹੈ, ਜਿਹੜੇ ਸਾਡੇ ਨਾਲ ਵਕੀਲ ਇਸ ਪੈਨਲ 'ਚ ਜੁੜੇ ਰਵਿੰਦਰ ਸਿੰਘ ਬਾਸੀ ਸਾਹਿਬ, ਉਹਨਾਂ ਤੋਂ ਪੁੱਛੂੰਗਾ। ਬਾਸੀ ਸਾਹਿਬ, ਇਹ ਖਦਸ਼ਾ ਜਿਹੜਾ ਭੁਪਿੰਦਰ ਹੋਰਾਂ ਦਾ, ਇਹ ਜਾਇਜ਼ ਹੈ ਕਿ ਪੁਲਿਸ ਅਫਸਰਾਂ ਦੀ ਸਾਜ਼ਿਸ਼ ਹੈ ਸਿਰਫ ਇਹ, ਕਿ ਪੁਲਿਸ ਅਫਸਰਾਂ ਦੇ ਸ਼ਹਿ ਤੇ ਇਹ ਸਾਰਾ ਕੰਮ ਹੋ ਰਿਹਾ? ਦੇਖੋ, ਜਿਹੜੀ ਗੱਲ ਆਪਣੇ ਇੱਕ ਜਿਹੜੀ ਇੰਟਰਵਿਊ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਇਹਦੇ 'ਚ ਅਫਸਰਾਂ ਦੀ ਇਨਵੋਲਵਮੈਂਟ ਤਾਂ ਹੈਗੀ ਜੀ, ਪਹਿਲੀ ਗੱਲ। ਦੂਜੀ ਗੱਲ ਵੀ ਜਿਹੜਾ ਇੰਟਰਵਿਊ ਇੱਕ ਅੰਡਰ ਟ੍ਰਾਇਲ ਦੀ ਇੰਟਰਵਿਊ ਤੇ ਅੰਡਰ ਟ੍ਰਾਇਲ ਦੀ ਜਿਹੜੀ ਇੰਟਰਵਿਊ ਹੈ ਬੜੀ ਆਪਣੀ ਲੌਜੀਕਲ ਨਹੀਂ ਹੈ ਤੇ ਕਾਨੂੰਨ ਇਹਨੂੰ ਇਜਾਜ਼ਤ ਨਹੀਂ ਕਰਦਾ। ਕਿਉਂਕਿ ਜੇ ਕਨਵਿਕਟਡ ਹੋਵੇ, ਜਿਹੜੇ ਆਪਣੀ
ਕੇ ਆਪਣੇ ਬਣਾ ਚੁੱਕਿਆ ਹੋਵੇ, ਫਾਈਨਲ ਵਰਡਿਕਟ ਤੇ ਹੋਵੇ, ਤੇ ਉਹਦੇ ਵਿੱਚ ਕੋਰਟਸ ਅਲਾਉ ਕਰ ਦਿੰਦੀਆਂ ਵੀ ਜੇ ਤੁਸੀਂ ਕਿਸੇ ਪ੍ਰਿਜ਼ਨ ਨੂੰ ਕਨਵਿਕਟਡ ਨੂੰ ਤੁਸੀਂ ਇੰਟਰਵਿਊ ਕਰਨਾ, ਜਿਵੇਂ ਜੇ ਤੁਹਾਨੂੰ ਯਾਦ ਹੋਵੇ ਕਿ ਸੁਪਰੀਮ ਕੋਰਟ ਨੇ 1981 ਦੇ ਵਿੱਚ ਅਲਾਉ ਕੀਤਾ ਸੀਗਾ ਆਪਣਾ ਪ੍ਰਭਾ ਦੱਤ ਯੂਨੀਅਨ ਆਫ ਇੰਡੀਆ ਕੇਸ ਹੋਇਆ ਸੀ, ਜਿਹਦੇ ਵਿੱਚ ਉਹਨਾਂ ਨੇ ਰੰਗਾ ਬਿੱਲਾ ਵਾਲੇ ਕੇਸ ਦੇ ਵਿੱਚ ਉਹਨਾਂ ਨੂੰ ਅਲਾਉ ਕੀਤਾ ਸੀਗਾ। ਪਰ ਉਹ ਸੀਗਾ ਜਦੋਂ ਉਹਨਾਂ ਨੇ ਆਪਣਾ ਪ੍ਰੈਜ਼ੀਡੈਂਟ ਆਫ ਇੰਡੀਆ ਤੋਂ ਵੀ ਜਿਹੜੀ ਮਰਸੀ ਪਟੀਸ਼ਨ ਸੀ ਉਹ ਖਾਰਜ ਹੋ ਚੁੱਕੀ ਸੀ। ਲੇਕਿਨ ਜਿਹੜੇ ਇਹ ਕੇਸਿਸ ਹੈ ਇਹਦੇ ਚ ਹੁਣ ਕੀ ਵੀ ਉਹ ਹਲੇ ਅੰਡਰ ਟਰਾਇਲ ਹੈ ਜੀ, ਹਲੇ ਉਹਨਾਂ ਦਾ ਕੇਸ ਕੋਰਟ ਦੇ ਵਿੱਚ ਪੈਂਡਿੰਗ ਹੈ ਜੀ। ਹੁਣ ਪੈਂਡਿੰਗ ਕੇਸ ਦੇ ਵਿੱਚ ਤੁਸੀਂ ਉਹਦਾ ਮੀਡੀਆ ਟ੍ਰਾਇਲ ਨਹੀਂ ਨਾ ਕਰਾ ਸਕਦੇ ਵੀ ਉਹ ਕੀ ਕਹਿਣਾ ਚਾਹੁੰਦਾ, ਉਹਨਾਂ ਦੀ ਤੁਸੀਂ ਕਿਵੇਂ ਉਹ ਮਤਲਬ ਇੱਕ ਓਪਨ ਆਪਣਾ ਵਿਊਜ਼ ਜਿਹੜਾ ਹੈ ਉਹ ਮੀਡੀਆ ਦੇ ਵਿੱਚ ਰੱਖਿਆ ਜਾ ਰਿਹਾ, ਤੇ ਇਹ ਬੜਾ ਇੱਕ ਮੰਦਭਾਗਾ ਹੈ ਜੋ ਵੀ ਇੰਟਰਵਿਊ ਹੋਈ ਹੈ। ਤੇ ਤੁਹਾਡਾ ਕਹਿਣ ਤੋਂ ਭਾਵ ਇਹ ਹੈ ਵੀ ਇੱਕ ਕੋਰਟ ਟ੍ਰਾਇਲ 'ਚ ਮੀਡੀਆ ਟ੍ਰਾਇਲ ਨਹੀਂ ਹੋ ਸਕਦਾ, ਨਹੀਂ ਹੋ ਸਕਦਾ ਜੀ, ਠੀਕ ਹੈ। ਇੱਥੇ ਸਵਾਲ ਇਹ ਹੈ ਕਿ ਇੰਟਰਵਿਊ ਹੋਇਆ ਕਿਵੇਂ, ਇਹ ਜਿਹੜੇ ਕਿਉਂਕਿ ਇੰਟਰਵਿਊ ਇੱਕ ਸੋਰਸ ਦੇ ਜ਼ਰੀਏ, ਜਿਵੇਂ ਆਪਾਂ ਇੱਕ ਦੂਸਰੇ ਨਾਲ ਕਮਿਊਨੀਕੇਟ ਕਰ ਰਹੇ ਹਾਂ, ਕੋਈ ਫੋਨ ਤੇ ਜੁੜਿਆ, ਕੋਈ ਲਾਈਵ ਵਿਊ ਤੇ ਜੁੜਿਆ, ਕੋਈ ਸਕਾਈਪ ਨਾਲ ਜੁੜਿਆ, ਕੋਈ ਕਿਸੇ ਲਿੰਕ ਨਾਲ ਜੁੜਿਆ, ਤਾਂ ਇੱਥੇ ਨਿਊਟਨ ਸਿੱਧੂ ਜੀ ਬਾਰੇ ਲੋਕ ਸੋਚ ਰਹੇ ਹੋਣਗੇ, ਮਾਸਟਰ ਡੌਗ ਟ੍ਰੇਨਰ ਉਹਨਾਂ ਦੀ ਡੈਜ਼ਿਗਨੇਸ਼ਨ ਦੇਖ ਰਹੇ ਵੀ ਇਹਨਾਂ ਦਾ ਬਿਠਾਉਣ ਦਾ ਕੀ ਕੰਮ ਹੈ। ਨਿਊਟਨ ਸਿੱਧੂ ਹੋਰਾਂ ਨੇ ਅਜਿਹੇ ਕੁੱਤੇ ਤਿਆਰ ਕੀਤੇ ਆ ਜਿਹੜੇ ਕਿ ਬੰਦਿਆਂ ਨਾਲੋਂ ਵੱਧ ਚੌਕਸੀ ਵਰਤ ਕੇ ਹਰ ਤਰੀਕੇ ਦੇ ਸਿਮ ਕਾਰਡ ਨੂੰ, ਫੋਨ ਨੂੰ, ਇਦਾਂ ਦੀ ਇਲੈਕਟ੍ਰੋਨਿਕ ਡਿਵਾਈਸਿਸ ਨੂੰ ਜਿਹੜਾ ਕਿ ਉਹ ਡਿਟੈਕਟ ਕਰ ਸਕਦੇ ਆ ਕਿ ਇਹ ਬਹੁਤ ਜਿਹੜਾ ਸਿਸਟਮ ਲਈ ਲਾਹੇਵੰਦ ਹੋ ਸਕਦਾ। ਪਹਿਲਾਂ ਵੀ ਅਸੀਂ ਉਹਨਾਂ ਨੂੰ ਇੱਕ ਚਰਚਾ 'ਚ ਬਿਠਾਇਆ ਸੀ, ਉਹਨਾਂ ਨੇ ਪੇਸ਼ਕਸ਼ ਵੀ ਕੀਤੀ ਸੀ ਜੇ ਪੰਜਾਬ ਸਰਕਾਰ ਚਾਹੁੰਦੀ ਜਾਂ ਕੋਈ ਹੋਰ ਸਰਕਾਰ ਚਾਹੁੰਦੀ ਹੈ ਉਹ ਮੇਰੇ ਤੋਂ ਇਸ ਚੀਜ਼ ਦਾ ਲਾਹਾ ਲੈ ਸਕਦੀ ਹੈ। ਅੱਜ ਮੈਂ ਨਿਊਟਨ ਸਿੱਧੂ ਜੀ ਨੂੰ ਪੁੱਛਣਾ ਚਾਹੁੰਦਾ ਕਿ ਜੇਕਰ ਜੇਲ੍ਹਾਂ ਦੇ ਵਿੱਚ ਟ੍ਰੇਨ ਕੀਤੇ ਤੁਹਾਡੇ ਕੁੱਤੇ ਹੁੰਦੇ ਤੇ ਇਹ ਇੰਟਰਵਿਊ ਅੱਜ ਪੋਸੀਬਲ ਸੀ ਜਾਂ ਨਹੀਂ? ਦੇਖੋ ਸਰ, ਧਾਲੀਵਾਲ ਸਾਹਿਬ, ਤੁਹਾਨੂੰ ਮੈਂ ਫੇਰ ਪਿਛਲੀ ਵਾਰੀ ਵੀ ਜਿਹੜੀ ਗੱਲ ਕੀਤੀ ਸੀ, ਜੇਲ੍ਹਾਂ ਦੇ ਅੰਦਰ ਫੋਨ ਕਿੱਥੋਂ ਜਾਂਦੇ ਆ ਜੀ, ਦੋ ਰਾਹ ਹੈ। ਇੱਕ ਤਾਂ ਹੁੰਦਾ ਬੋਲਿੰਗ ਏਰੀਆ ਜਿਹਨੂੰ ਕਹਿੰਦੇ ਆ, ਜਾਂ ਜਿਹੜੀ ਬਾਹਰੋਂ ਥਰੋ ਹੁੰਦੀ ਹੈ, ਕਿਉਂਕਿ ਆਪਣੀਆਂ ਜਿੰਨੀਆਂ ਜੇਲ੍ਹਾਂ ਹੈਗੀਆਂ ਉਹ ਰਿਹਾਇਸ਼ੀ ਇਲਾਕਿਆਂ 'ਚ ਬਣੀਆਂ ਹੋਈਆਂ, ਤਾਂ ਉੱਥੋਂ ਫੋਨ ਸੁੱਟਣੇ ਅੰਦਰ ਬੜਾ ਇੱਕ ਸਿੰਪਲ ਜਿਹਾ ਤਰੀਕਾ ਹੈ। ਦੂਜਾ ਹੁੰਦੀ ਹੈ ਡਿਊਟੀ, ਜਿੱਥੋਂ ਕਿ ਸਾਰੇ ਬੰਦੇ ਮੁਲਾਜ਼ਮ ਕੀ ਆਪਣੇ ਅੰਡਰ ਟ੍ਰਾਇਲ ਕੀ ਸਜ਼ਾ ਯਾਫਤਾ ਸਾਰੇ ਅੰਦਰ ਜਾਂਦੇ ਆ, ਜਿੱਥੇ ਕੈਮਰੇ ਲੱਗੇ ਹੁੰਦੇ ਤੇ ਫਿਜ਼ੀਕਲ ਚੈਕਿੰਗ ਹੁੰਦੀ ਹੈ। ਉੱਥੋਂ ਅੰਦਰ ਫੋਨ ਜਾਣਾ 1% ਹੈ, ਬਾਕੀ ਜਿੰਨੇ ਫੋਨ ਆਉਂਦੇ ਆ ਬਾਹਰੋਂ ਆਉਂਦੇ ਆ। ਪਰ ਇੱਕ ਚੀਜ਼ ਹੋਰ ਇਹਦੇ ਚ ਬੜੀ ਅਜੀਬ ਜੀ ਹੈ, 1 ਘੰਟਾ ਇੰਟਰਵਿਊ ਚੱਲੀ, ਮੈਨੂੰ ਨਹੀਂ ਪਤਾ ਕਿਹੜੀ ਜੇਲ੍ਹ ਚ ਹੈ, ਗੋਇੰਦਵਾਲ ਜੇਲ੍ਹ ਹੈ ਜਾਂ ਤਿਹਾੜ ਜਾਂ ਕਿੱਥੋਂ, ਨਹੀਂ ਪਰ ਨਹੀਂ ਗੱਲ ਇਹ ਹੈ ਵੀ ਹੈ ਤਾਂ ਉਹ ਜੇਲ੍ਹ ਦੀ ਹੈ, ਜੇਲ੍ਹ ਤੋਂ ਬਾਹਰ ਦੀ ਤਾਂ ਹੈ ਨਹੀਂ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜੇਲ੍ਹਾਂ 'ਚ ਹੈ ਬੰਦ ਬੰਦਾ। ਬਿਲਕੁਲ, ਪਰ ਕਹਿਣ ਦਾ ਮਤਲਬ ਇਹ ਹੈ ਕਿ ਜਦ ਫੋਨ 1 ਘੰਟਾ ਚੱਲ ਰਿਹਾ, ਜਿਹੜੇ ਬਾਹਰ ਟਾਵਰ ਲੋਕੇਸ਼ਨ ਦਾ ਸਾਡੀ ਇੰਟੈਲੀਜੈਂਸ ਏਜੰਸੀਜ਼ ਨੂੰ ਪਤਾ ਹੀ ਹੁੰਦਾ ਹੈ ਕਿ ਉੱਥੇ ਇੱਕ ਫੋਨ ਚੱਲ ਰਿਹਾ, ਕਿਸ ਟਾਈਮ ਚੱਲ ਰਿਹਾ, 1 ਘੰਟਾ ਇੱਕ ਬੰਦਾ ਫੋਨ ਯੂਜ਼ ਕਰ ਰਿਹਾ, ਉਹਦਾ ਡਾਟਾ ਯੂਜ਼ ਹੋ ਰਿਹਾ, ਉਹ ਅਲਰਟ ਨਹੀਂ ਹੋਈਆਂ, ਬੜੀ ਅਜੀਬ ਜੀ ਗੱਲ ਹੈ। ਦੂਜਾ ਦੱਸੀਏ, ਅਸੀਂ ਜਿਹੜੇ ਡੌਗਸ ਟ੍ਰੇਨ ਕੀਤੇ ਸੀ, ਸਾਡੇ ਆਲਰੇਡੀ ਹਰਿਆਣਾ ਪ੍ਰਿਜ਼ਨਸ ਡਿਪਲੋਇਡ ਹੈ, ਜਿੱਥੇ ਕਿ ਰਿਜ਼ਲਟਸ ਵੀ ਮਿਲੇ ਆ। ਹੁਣ ਉਹਦਾ ਇੰਨਾ ਫਾਇਦਾ ਹੋ ਗਿਆ ਕਿ ਉਹ ਡੈਟਰੈਂਟ ਬਣ ਗਿਆ। ਉਹਨਾਂ ਨੂੰ ਪਤਾ ਕਿ ਡੌਗ ਨੇ ਅਗਰ ਕਿਸੇ ਬੈਰਕਸ ਚੱਕਰ ਲਾਇਆ ਹੈ, ਉਹਨੂੰ ਕੁਝ ਲੱਭ ਗਿਆ ਤਾਂ ਉਹਨੇ ਤਾਂ ਇਮੀਡੀਏਟਲੀ ਅਲਰਟ ਕਰ ਦੇਣਾ ਤੇ ਉੱਥੇ ਉਹ ਚੀਜ਼ ਫੜੀ ਜਾਣੀ ਹੈ। ਕਿ ਇੱਕ ਤਾਂ ਤੁਸੀਂ ਜਿਹੜਾ ਡੌਗ ਹੈ ਉਹਨੂੰ ਤੁਸੀਂ ਬਰਾਈਬ ਨਹੀਂ ਕਰ ਸਕਦੇ, ਉਹਨੂੰ ਰਿਸ਼ਵਤ ਨਹੀਂ ਦੇ ਸਕਦੇ, ਉਹਨੇ ਤਾਂ ਜਿਹੜੀ ਚੀਜ਼ ਤੇ ਟ੍ਰੇਨ ਕੀਤਾ ਉਹਨੇ ਕਰਨਾ ਹੀ ਕਰਨਾ ਹੈ। ਦੂਜਾ ਅਸੀਂ ਕਹਿੰਦੇ ਆ ਅਸੀਂ ਜੈਮਰ ਲਾ ਰਹੇ ਹਾਂ ਜੀ ਜੇਲ੍ਹਾਂ ਦੇ ਵਿੱਚ, ਪਤਾ ਨਹੀਂ ਕਿਹੜੀ ਜੇਲ੍ਹ ਚਲਾਏ ਆ ਕਿਹੜੇ ਨਹੀਂ। ਉਹ ਜਿਹੜੇ ਜੈਮਰ ਵੀ ਆ ਉਹ ਵੀ ਜੇਲ੍ਹ ਦੇ ਮੁਲਾਜ਼ਮ ਨੇ ਹੀ ਚਲਾਣੇ ਆ ਜੀ, ਉਹ ਮੁਲਾਜ਼ਮ ਦੇ ਉੱਤੇ ਹੀ ਆ, ਉਹਨੇ ਕਦੋਂ ਉਹਨੂੰ ਸਵਿਚ ਆਨ ਕਰਨਾ ਹੈ, ਕਦੋਂ ਸਵਿਚ ਆਫ ਕਰਨਾ ਹੈ। ਸੋ ਉੱਤੇ 200 ਕਰੋੜ ਰੁਪਇਆ ਲਾਣਾ, 300 ਕਰੋੜ ਰੁਪਇਆ ਲਾਣਾ ਤਾਂ ਮੈਂ ਸਮਝਦਾ ਯੂਜ਼ਲੈਸ ਚੀਜ਼ ਹੈ। ਇੰਸਟੈਡ ਆਫ ਦੈਟ ਤੁਸੀਂ ਜਿਹੜੀ ਜੇਲ੍ਹ ਦੇ ਅੰਦਰ ਇਹ ਡੌਗ ਜਿਹੜੇ ਬਾਕੀ ਦੁਨੀਆ 'ਚ ਯੂਜ਼ ਕਰਦੇ ਆ ਲੋਕੀ, ਆਪਾਂ ਇੰਡੀਅਨ ਜੇਲ੍ਹਾਂ 'ਚ ਨਹੀਂ ਗੱਲ ਕਰ ਰਹੇ, ਯੂਰਪ ਦੇ ਵਿੱਚ US ਉੱਥੇ ਡੌਗਸ ਦਾ ਸਕਸੈਸ ਰੇਸ਼ੋ ਜ਼ਿਆਦਾ ਹੈ ਜਦਕਿ ਜੈਮਰਸ ਦਾ ਨਹੀਂ ਹੈ। ਐਂਡ ਇਹ ਜਿਹਦੇ 'ਚ ਕਹਿਣਾ ਮਿਲੀ ਭਗਤ ਹੈ, ਉਹਦੇ 'ਚ ਮੈਨੂੰ ਤਾਂ ਕੋਈ ਆਈਡੀਆ ਨਹੀਂ ਮਿਲੀ ਭਗਤ ਹੈ ਕਿ ਨਹੀਂ, ਬਟ 1 ਘੰਟਾ ਇੱਕ ਬੈਰਕਸ ਫੋਨ ਚੱਲ ਰਿਹਾ, ਇਟ ਮੀਨਸ ਮੁਲਾਜ਼ਮ ਵੀ ਬਾਹਰ ਚੱਕਰ ਲਾਉਂਦਾ ਹੀ ਹੋਏਗਾ। ਮਿਲੀ ਭੁਗਤ ਤਾਂ ਹੈ ਹੀ ਹੈ। ਜੇ ਫੋਨ ਗਿਆ ਹੈ ਤਾਂ ਫੋਨ ਦੇਖਣ ਵਾਸਤੇ ਤਾਂ ਗਿਆ ਨਹੀਂ, ਫੋਨ ਤਾਂ ਵਰਤਣ ਵਾਸਤੇ ਹੀ ਗਿਆ। ਜੇ ਫੋਨ ਗਿਆ ਤੇ ਉਹ ਵਰਤਣ ਲਈ ਗਿਆ ਤੇ ਉਹ ਵਰਤਿਆ ਵੀ ਜਾਵੇਗਾ। ਜਿਵੇਂ ਤੁਸੀਂ ਕਹਿ ਕੇ ਏਜੰਸੀਜ਼ ਕਿੱਥੇ ਸੀਗੀਆਂ ਵੀ 1 ਘੰਟੇ ਤੋਂ ਫੋਨ ਚੱਲ ਰਿਹਾ, ਉਹ ਫਿਰ ਸੌਂ ਗਈਆਂ ਹੋਣਗੀਆਂ ਇਹ ਚੀਜ਼ਾਂ ਦੇਖ ਕੇ ਵੀ ਚੱਲੀ ਜਾਣ ਤੋਂ, ਭੇਜੇ ਵੀ ਤਾਂ ਹੀ ਆ। ਤਾਂ ਹੀ ਤੁਹਾਨੂੰ ਕਿਹਾ ਜਿੱਥੇ ਹਿਊਮਨ ਐਲੀਮੈਂਟ ਆ ਜਾਂਦਾ ਉੱਥੇ ਐਰਰ ਦੇ ਚਾਂਸਸ 90% ਵੱਧ ਜਾਂਦੇ ਆ, ਕਿਉਂਕਿ ਹਿਊਮਨ ਐਲੀਮੈਂਟ ਇਨਵੋਲਡ ਹੈ। ਇਹ ਤਾਂ ਹਿਊਮਨ ਇਨਵੋਲਡ ਹੈ। ਉਹਨਾਂ ਦੇ ਤੁਹਾਨੂੰ ਦੱਸਿਆ ਕਿ ਉਹਨੇ ਆਪਣਾ ਜੈਮਰ ਔਨ ਵੀ ਕਰਨਾ ਹੈ। ਨਹੀਂ, ਮੇਰਾ ਸਵਾਲ ਇਹ ਹੈ ਵੀ ਸਿੱਧੂ ਸਾਹਿਬ
ਜੇਕਰ ਅੱਜ ਤੁਹਾਡਾ ਫਾਰਮੂਲਾ ਸਰਕਾਰ ਨੇ ਵਰਤ ਲਿਆ ਹੁੰਦਾ ਜਾਂ ਕਿਸੇ ਪ੍ਰਸ਼ਾਸਨ ਨੇ ਵਰਤਿਆ ਹੁੰਦਾ ਤਾਂ ਕਹਿਣ ਤੋਂ ਭਾਵ ਵੀ ਇਹ ਇੰਟਰਵਿਊ ਪੋਸੀਬਲ ਨਹੀਂ ਸੀ ਹੋਣੀ। ਬਿਲਕੁਲ ਜੀ ਨਹੀਂ ਹੋਣੀ ਸੀਗੀ ਜੀ, ਬਿਕੋਜ਼ ਰੀਜ਼ਨ ਕੀ ਹੈ, ਡੌਗਸ ਦਾ ਟਾਈਮ ਨੇ ਯੂਜ਼ ਕਰਨੇ ਆ, ਉਹਨੇ ਤਾਂ ਲੱਭਣੇ ਲੱਭਣਾ ਜੀ। ਇਹ ਚੀਜ਼ਾਂ ਤਾਂ ਹੈ, ਇਹ ਡੈਟਰੈਂਟ ਹੈ, ਇਹ ਨਹੀਂ ਕਿ 100% ਕਾਮਯਾਬ, ਬਟ ਉਹ ਡੈਟਰੈਂਟ ਬਣ ਜਾਂਦੇ ਆ। 80 ਤੋਂ 90% ਕੇਸਿਸ ਅਸੀਂ ਲੱਭਿਆ ਸੀ। ਤਾਂ ਸਿਮ ਕਾਰਡ ਵੀ ਇੱਕ ਜੇਲ੍ਹ ਦੇ ਵਿੱਚ ਪਿੱਛੇ ਡੈਮੋ ਹੋਇਆ ਸੀ ਪੰਜਾਬ ਦੀ ਵਿੱਚ, ਸਾਨੂੰ ਲੈ ਕੇ ਗਏ ਸੀ, ਅਸੀਂ ਉਹਦੇ ਪ੍ਰਾਈਵੇਟ ਪਾਰਟ ਚੋਂ ਸਿਮ ਕਾਰਡ ਵੀ ਕੱਢੇ। ਆ ਰਹੇ ਬਾਸੀ ਸਾਹਿਬ ਨੇ ਆਨਾ ਤੁਹਾਡੇ ਕੋਲ, ਉਹਨਾਂ ਨਾਲ ਗੱਲ ਪੂਰੀ ਕਰ ਲੈਣ ਦਿਓ। ਹਾਂਜੀ ਹਾਂਜੀ, ਅਸੀਂ ਉਹਦੇ ਪ੍ਰਾਈਵੇਟ ਪਾਰਟ ਚੋਂ ਸਿਮ ਕਾਰਡ ਵੀ ਕੱਢਿਆ ਸੀ ਸਾਡੇ ਡੌਗ ਨੇ। ਸੋ ਅਸੀਂ ਸਕਸੈਸ ਕਰਕੇ ਦਿਖਾ ਚੁੱਕੇ ਹਾਂ। ਹੁਣ ਇਹ ਸਰਕਾਰ ਦੇ ਉੱਤੇ ਆ, ਬੇਸ਼ੱਕ ਉਹ ਯੂਜ਼ ਕਰਨਾ ਚਾਹਣਗੇ ਕਿ ਨਹੀਂ ਚਾਹਣਗੇ। ਪਰ ਸਿੱਧੂ ਸਾਹਿਬ, ਲੋਕ ਮਨਾਂ 'ਚ ਸਵਾਲ ਇਹ ਵੀ ਆ ਰਿਹਾ ਹੋਊਗਾ ਵੀ ਉਸ ਕੁੱਤੇ ਨੂੰ ਬੰਨ ਲਿਆ ਜਾਵੇ, ਨੂੜ ਲਿਆ ਜਾਵੇ, ਜਿਹੜਾ ਅਜਿਹੇ ਤਰੀਕੇ ਨਾਲ ਟ੍ਰੇਨ ਕੀਤਾ ਹੋਊਗਾ ਉਹਨੂੰ ਭੇਜਿਆ ਨਾ ਜਾਵੇ। ਵੇਖੋ ਜੀ, ਇਹ ਚੀਜ਼ ਹੋ ਚੁੱਕੀ ਹੈ ਸਾਡਾ, ਤਾਂ ਹੀ ਤਾਂ ਸਾਨੂੰ ਪੰਜਾਬ ਦੀਆਂ ਜੇਲ੍ਹਾਂ ਵਾਲੇ ਡੌਗਸ ਨਹੀਂ ਲੈ ਰਹੇ, ਸਾਡੇ ਤੋਂ ਬਾਕੀ ਸਟੇਟਸ ਦੀਆਂ ਲੈ ਰਹੇ ਹੈ। ਸਿਰਫ ਸਾਡੀ ਪੰਜਾਬ ਸਰਕਾਰ ਦੇ ਆਧਾਰ ਹੈ, ਸਾਡੇ ਤੋਂ ਨਹੀਂ ਲੈਂਦੇ ਉਹ। ਠੀਕ ਹੈ, ਕੁਝ ਸਵਾਲ ਬਾਸੀ ਸਾਹਿਬ ਦੇ। ਹਾਂਜੀ ਬਾਸੀ ਸਾਹਿਬ। ਨਹੀਂ ਸਰ, ਇਹਦੇ ਸਾਨੂੰ ਦੇਖਣ ਦੀ ਗੱਲ ਇਹ ਵੀ ਜਿਹੜੀ ਇੰਟਰਵਿਊ ਹੋਈ ਹੈ ਵੀ ਇਹ ਕਾਨੂੰਨੀ ਹੱਦ 'ਚ ਰਹਿ ਕੇ ਹੋਈ ਹੈ ਕਿ ਨਹੀਂ ਹੋਈ ਹੈ, ਪਹਿਲਾਂ ਇਹ ਡਿਸਾਈਡ ਕਰਨ ਦੀ ਲੋੜ ਹੈ। ਕਿਉਂਕਿ ਆਈਜੀ ਪ੍ਰਿਜ਼ਨ ਕੋਲ ਇੱਕ ਪਾਵਰ ਹੁੰਦੀ ਹੈ ਜਿਹਦੇ ਤੋਂ ਅਲਾਉ ਕਰ ਸਕਦਾ, ਲੇਕਿਨ ਇਹਦੇ 'ਚ ਜਿਹੜਾ ਇਸ਼ੂ ਆਉਂਦਾ ਕਿ ਜਿਹੜਾ ਜਿਹਦੀ ਇੰਟਰਵਿਊ ਹੋ ਰਹੀ ਹੈ ਉਹ ਹਲੇ ਅੰਡਰ ਟ੍ਰਾਇਲ ਹੈ, ਜਿੱਥੇ ਮਤਲਬ ਇਲੀਗੈਲਿਟੀ ਆ ਸਕਦੀ ਹੈ ਜੀ। ਵਰਨਾ ਜੇਲ੍ਹ ਦੇ ਵਿੱਚ ਇੰਟਰਵਿਊ ਕਰਨਾ ਕਾਨੂੰਨ ਦੇ ਪੱਖੋਂ ਕੋਈ ਇਲੀਗਲ ਕੰਮ ਨਹੀਂ ਹੈ। ਜੇ ਕੋਈ ਪੱਤਰਕਾਰ ਉਹਨੂੰ ਜਾਂ ਰਿਪੋਰਟਰ ਆਪਣਾ ਪ੍ਰੋਪਰ ਪ੍ਰੋਸੀਜਰ ਦੇ ਤਹਿਤ ਆਪਣਾ ਅਪਲਾਈ ਕਰਦਾ ਜਾਂ ਇੰਟਰਵਿਊ ਕਰਨਾ ਚਾਹੁੰਦਾ, ਉਹ ਕਰ ਸਕਦਾ। ਨਹੀਂ, ਪਰ ਇਹ ਤਾਂ ਤੁਸੀਂ ਨਹੀਂ ਕਰ ਸਕਦਾ। ਹਾਂ, ਇਹ ਤਾਂ ਤੁਸੀਂ ਦੱਸ ਹੀ ਚੁੱਕੇ ਹੋ ਵੀ ਇਹ ਇਲੀਗਲ ਹੈ। ਮੈਂ ਤਾਂ ਹੀ ਪਹਿਲਾਂ ਪੁੱਛਿਆ, ਜੇ ਇਹ ਲੀਗਲ ਹੁੰਦੀ ਫਿਰ ਤਾਂ ਆਪਾਂ ਚਰਚਾ ਹੀ ਨਾ ਕਰਦੇ, ਫਿਰ ਤਾਂ ਮਤਲਬ ਸਾਡੀ ਗਲਤੀ ਹੈ। ਹੁਣ ਤੁਸੀਂ ਕਹਿ ਰਹੇ ਹੋ ਕਿ ਇਲੀਗਲ ਹੈ। ਇਲੀਗਲ ਹੈ ਕਿਉਂਕਿ ਉਹ ਹਲੇ ਅੰਡਰ ਟ੍ਰਾਇਲ ਹੈ ਜੀ। ਥੋੜਾ ਜਿਹਾ ਇਹਨੂੰ ਹੋਰ ਇਲੈਬੋਰੇਟ ਕਰ ਦਿਓ ਤਾਂ ਜੋ ਕਿ ਸਾਡੇ ਦਰਸ਼ਕਾਂ ਨੂੰ ਆਮ ਸੌਖੀ ਭਾਸ਼ਾ ਦੇ ਵਿੱਚ ਸਮਝ ਆ ਸਕੇ। ਸਰ, ਇਹਦੇ 'ਚ ਜੇ ਤਾਂ ਕਨਵਿਕਸ਼ਨ ਹੋਈ ਹੈ ਉਹਦੇ ਖਿਲਾਫ ਕੋਈ ਕੇਸ ਪੈਂਡਿੰਗ ਨਹੀਂ ਹੈ, ਹੋਰ ਜੋ ਸਜ਼ਾ ਉਹਨੂੰ ਮਿਲਣੀ ਸੀ ਮਿਲ ਗਈ ਹੈ, ਜੋ ਉਹਦੀਆਂ ਅਪੀਲਾਂ ਦਲੀਲਾਂ ਹੋਣੀ ਸੀ ਖਤਮ ਹੋ ਚੁੱਕੀਆਂ। ਤੇ ਉਸ ਪੋਜੀਸ਼ਨ ਦੇ ਵਿੱਚ ਜੇ ਕੋਈ ਰਿਪੋਰਟਰ ਜਰਨਲਿਸਟ ਇੱਕ ਪਾਰਟਿਕੂਲਰ ਪ੍ਰਿਜ਼ਨਰ ਨੂੰ ਕਨਵਿਕਟਡ ਪਰਸਨ ਦੀ ਇੰਟਰਵਿਊ ਕਰਨਾ ਚਾਹੁੰਦਾ ਹੈ, ਉਹ ਨੰਬਰ ਆਫ ਜਜਮੈਂਟਸ ਹੈ ਜਿੱਥੇ ਸੁਪਰੀਮ ਕੋਰਟ ਹਾਈ ਕੋਰਟਸ ਨੇ ਅਲਾਉ ਕੀਤਾ ਜਰਨਲਿਸਟ ਨੂੰ ਵੀ ਜਾ ਕੇ ਇੰਟਰਵਿਊ ਕਰ ਸਕਦਾ, ਤੇ ਆਈਜੀ ਪ੍ਰਿਜ਼ਨ ਕੋਲ ਵੀ ਪਾਵਰ ਹੈ ਵੀ ਉਹ ਉਹਨੂੰ ਅਲਾਉ ਕਰ ਸਕਦਾ ਕਿ ਜਾ ਕੇ ਤੂੰ ਇੰਟਰਵਿਊ ਕਰ ਸਕਦਾ। ਮੈਂ ਤੁਹਾਨੂੰ ਇੱਕ ਜਜਮੈਂਟ ਦਾ ਵੇਰਵਾ ਦਿੱਤਾ ਸੀਗਾ, ਪ੍ਰਭਾ ਦੱਤ ਵਰਸਸ ਯੂਨੀਅਨ ਆਫ ਇੰਡੀਆ 1981, ਜਦੋਂ ਰੰਗਾ ਬਿੱਲਾ ਨੂੰ ਜਦੋਂ ਫਾਂਸੀ ਹੋਈ ਹੈ, ਉਸ ਤੋਂ ਪਹਿਲਾਂ 4 ਰਿਪੋਰਟਰਸ ਨੇ ਆਪਣੇ ਬਰਖਾ ਦੱਤ, ANI ਤੇ PTI ਤੇ ਇਹਨਾਂ ਦੇ ਰਿਪੋਰਟਰਸ ਨੇ ਜਾ ਕੇ ਉਹਨਾਂ ਦੀ ਇੰਟਰਵਿਊ ਕੀਤੀ ਸੀਗੀ ਜੇਲ੍ਹ ਦੇ ਵਿੱਚ, ਤੇ ਉਹਨੂੰ 1 ਘੰਟੇ ਵਾਸਤੇ ਅਲਾਉ ਕੀਤਾ ਸੀਗਾ ਸੁਪਰੀਮ ਕੋਰਟ ਨੇ। ਹੁਣ ਲੇਕਿਨ ਜਿਹੜੇ ਆਪਾਂ ਜਿਸ ਇਸ਼ੂ ਤੇ ਅੱਜ ਆਪਾਂ ਬਹਿਸ ਕਰ ਰਹੇ ਹਾਂ ਉਹਦੇ 'ਚ ਜਿਹੜੇ ਪਰਸਨ ਦੀ ਇੰਟਰਵਿਊ ਹੋ ਰਹੀ ਹੈ ਉਹ ਹਲੇ ਅੰਡਰ ਟ੍ਰਾਇਲ ਹੈ, ਐਂਡ ਹੀ ਮੇਕਿੰਗ ਓਪਨ ਜਿਹੜੀਆਂ ਵੀ ਜੋ ਵੀ ਗੱਲਾਂ ਕਰ ਰਿਹਾ ਉਹ ਓਪਨ ਕਰ ਰਿਹਾ, ਤੇ ਇਹਦੇ ਨਾਲ ਜਿਹੜਾ ਟ੍ਰਾਇਲਸ ਹੈ ਉਹਦੇ ਤੇ ਇਫੈਕਟ ਪਊਗਾ। ਤਾਂ ਕਰਕੇ ਇਹ ਇਲੀਗਲ ਹੈ। ਅੰਡਰ ਟ੍ਰਾਇਲ ਦੀ ਜਿਹੜੀ ਇੰਟਰਵਿਊਜ਼ ਹੈ ਉਹ ਇਲੀਗਲ। ਚਲੋ, ਮੈਂ ਸੁਖਦੇਵ ਜੀ ਨੂੰ ਪੁੱਛਣਾ ਚਾਹੂੰਗਾ, ਜਿਹੜੀ ਆਵਾਜ਼ ਓਪੋਜੀਸ਼ਨ ਨੂੰ ਬਣਨੀ ਚਾਹੀਦੀ ਹੈ, ਜਿਹੜੀ ਆਵਾਜ਼ ਓਪੋਜੀਸ਼ਨ ਨੂੰ ਬੁਲੰਦ ਕਰਨੀ ਚਾਹੀਦੀ ਹੈ, ਜਿਸ ਤੋਂ ਬਾਅਦ ਸਾਨੂੰ ਇਹ 'ਚ ਚਰਚਾ ਮੁਨੱਕਦ ਕਰਨੀ ਪੈਂਦੀ, ਪਰ ਮੈਂ ਦੇਖ ਰਿਹਾ ਵੀ ਕਿਤੇ ਵੀ ਇਹੋ ਜਿਹੀ ਆਵਾਜ਼ ਬੁਲੰਦ ਨਹੀਂ ਕੀਤੀ ਜਾ ਰਹੀ ਕਿ ਓਪੋਜੀਸ਼ਨ ਬੁਰੀ ਤਰ੍ਹਾਂ ਨਾਲ ਡਰੀ ਹੋਈ ਹੈ, ਸਰਕਾਰ ਤੋਂ ਦਬੀ ਹੋਈ ਹੈ। ਨਹੀਂ, ਬਿਲਕੁਲ ਮੈਂ ਤੁਹਾਡੀ ਇਸ ਗੱਲ ਨਾਲ ਧਾਲੀਵਾਲ ਸਾਹਿਬ ਸਹਿਮਤ ਨਹੀਂ। ਦੇਖੋ, ਆਪੋਜੀਸ਼ਨ ਨੇ ਚਾਹੇ ਵਿਧਾਨ ਸਭਾ ਦੇ ਅੰਦਰ ਹੋਵੇ ਚਾਹੇ ਬਾਹਰ ਹੋਵੇ, ਚਾਹੇ ਉਹ ਸੈਂਟਰ ਦੀ ਸਰਕਾਰ ਚਾਹੇ ਸੂਬੇ ਦੀ ਸਰਕਾਰ ਹੋਵੇ, ਹਮੇਸ਼ਾ ਆਪਣੀ ਆਵਾਜ਼ ਉਠਾਈ ਹੈ ਔਰ ਅਸੀਂ ਉਠਾਉਂਦੇ ਰਹਾਂਗੇ। ਨਹੀਂ, ਆਪਣੀ ਤੁਸੀਂ ਆਪਣੀ ਪਾਰਟੀ ਦੀ ਚੱਕੀ ਹੋਈ ਹੋਣੀ, ਮੈਂ ਤਾਂ ਗੱਲ ਕਰ ਰਿਹਾ ਲੋਕਾਂ ਦੀ ਆਵਾਜ਼ ਹੈ ਵੀ ਗੱਲ ਇਹ ਸਿਸਟਮ ਦੇ ਲੋਕਾਂ ਦੇ ਸਿਸਟਮ ਦੇ ਵਾਸਤੇ ਅਸੀਂ ਲੜਦੇ ਆ। ਜੇ ਅਸੀਂ ਲੜਾਈ ਲੜਦੇ ਆ ਤਾਂ ਸਿਸਟਮ ਦੇ ਖਿਲਾਫ ਹੀ ਲੜਦੇ ਆ। ਜਿਹੜੀ ਗੱਲ ਅੱਜ ਬਾਸੀ ਸਾਹਿਬ ਕਹਿ ਰਹੇ ਆ, ਜਿਹੜੀ ਗੱਲ ਬਾਸੀ ਸਾਹਿਬ ਕਹਿ ਰਹੇ ਸੁਖਦੇਵ ਜੀ, ਇਹ ਗੱਲ ਤੁਹਾਡੀ ਪਾਰਟੀ ਨੂੰ ਕਰਨੀ ਚਾਹੀਦੀ ਸੀ ਨਾ। ਪੰਜਾਬ 'ਚ ਓਪੋਜੀਸ਼ਨ ਜਿਹੜੀ ਆ ਕਾਂਗਰਸ ਦੀ ਆ। ਦੇਖੋ, ਗੱਲ ਇਹ ਹੈ, ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ, ਇਹ ਹੁਣ ਸੈਸ਼ਨ ਵੀ ਚੱਲਣਾ 20 ਤੋਂ ਬਾਅਦ, ਫੇਰ ਉੱਥੇ ਵੀ ਉੱਠਣੀ ਹੈ ਗੱਲ, ਔਰ ਇਹ ਆਮ ਚਰਚਾ 'ਚ ਵੀ ਆਊਗੀ। ਔਰ ਬਾਸੀ ਸਾਹਿਬ ਨੇ ਬੜੇ ਸਹੀ ਕਾਨੂੰਨੀ ਨੁਕਤੇ ਉਠਾਏ ਹੈ, ਪਰ ਮੈਂ ਕੁਝ ਨੁਕਤੇ ਹੋਰ ਜਿਹੜੇ ਪਹਿਲਾਂ ਉੱਠੇ ਉਹਨਾਂ ਤੇ ਵੀ ਮੈਂ ਜਿਹੜੀ ਹੈ ਧਾਲੀਵਾਲ ਸਾਹਿਬ ਆਪਣੀ ਗੱਲ ਰੱਖਣੀ ਜ਼ਰੂਰ ਚਾਹੂੰਗਾ। ਦੇਖੋ, ਬਾਕੀ ਸਰਦਾਰ ਭੁਪਿੰਦਰ ਸਿੰਘ ਜੀ ਦਾ ਕੀ ਤਜਰਬਾ, ਉਹ ਵੀ ਇੱਕ ਅਫੈਕਟਡ ਫੈਮਿਲੀ 'ਚੋਂ, ਮੈਂ ਉਹਦੇ ਵਿੱਚ ਨਹੀਂ ਜਾਣਾ। ਉਹ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਦੋਸ਼ੀ ਠਹਿਰਾ ਸਕਦੇ ਆ, ਇਹ ਉਹਨਾਂ ਦੇ ਵਿਵੇਕ ਤੇ ਹੈ, ਜਿਵੇਂ ਉਹਨਾਂ ਨੂੰ ਠੀਕ ਲੱਗਦਾ ਜਾਂ ਜਿਵੇਂ ਉਹਨਾਂ ਦੇ ਤਜਰਬੇ 'ਚੋਂ ਹੈ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਵੀ ਜਿਹੜੀ ਇਹ ਗੱਲ ਆਪਾਂ ਕਹਿਣਾ ਵੀ ਇਹ ਅਫਸਰਾਂ ਦੇ ਹੀ ਸਿਰ ਤੇ ਹੈ, ਪਰ ਅਫਸਰ ਕੌਣ ਨੇ?
ਅਫਸਰ ਤਾਂ ਅਸੀਂ ਡੀਜੀਪੀ ਅਪਰੂਵਡ ਵੀ ਨਹੀਂ ਲਾਇਆ ਹੋਇਆ, ਜਿਹੜਾ ਕਿ ਸੈਂਟਰ ਤੋਂ ਪੈਨਲ ਭੇਜਣਾ ਪੈਂਦਾ। ਅਸੀਂ ਤਾਂ 10 ਮਹੀਨੇ ਤੋਂ ਅਸੀਂ ਆਪਦਾ ਬਲੂ ਆਈਡ ਬॉयਡ ਨੂੰ ਰੱਖਿਆ ਹੋਇਆ ਵੀ ਜਿਹੜਾ ਕਿ ਉਹਨਾਂ ਦੇ ਮੁਤਾਬਕ ਹੀ ਚੱਲਦਾ ਹੈ, ਕਿਉਂਕਿ ਉਹ ਤਾਂ ਬਿਨਾਂ ਸੈਂਕਸ਼ਨ ਸੈਂਟਰ ਗਵਰਨਮੈਂਟ ਦੇ UPSC ਦੇ ਬੈਠੇ ਆ, ਔਰ ਉਹ ਐਜ ਐਕਟਿੰਗ ਡੀਜੀਪੀ ਦੇ ਥਾਂ ਤੇ ਪੱਕਾ ਡੀਜੀਪੀ 10 ਮਹੀਨੇ ਤੋਂ ਕੰਮ ਕਰ ਰਹੇ ਨੇ। ਔਰ ਅਗਲੀ ਗੱਲ, ਜੇ ਅਸੀਂ ਇਹ ਕਹੀਏ ਵੀ ਉਹ ਪੋਲੀਟੀਕਲ ਬੰਦੇ ਦੀ ਕੋਈ ਜ਼ਿੰਮੇਵਾਰੀ ਹੋਈ ਨਹੀਂ, ਵੀ ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਵੇ ਤਾਂ ਵਿਚਾਰੇ ਨਵੇਂ ਨੇ, ਕਿਉਂ ਆਪਾਂ ਕਹੀਏ ਇਹ ਕਿਵੇਂ ਆਪਾਂ ਉਹ ਕਰ ਸਕਦੇ ਜਦੋਂ ਤੱਕ ਆਫੀਸਰ ਤੇ ਪੋਲੀਟੀਕਲ ਸੁਪਰਵਿਜ਼ਨ ਨਹੀਂ ਹੋਊਗੀ। ਪੋਲੀਟੀਕਲ ਸਪੈਕਟਰਮ ਦਾ ਕੰਮ ਕੀ ਹੈ, ਸਾਡੀ ਚੁਣੀ ਹੋਈ ਸਰਕਾਰ ਦਾ ਕੰਮ ਕੀ ਹੈ? ਅਫਸਰਸ਼ਾਹੀ ਦੇ ਉੱਤੇ ਕੰਟਰੋਲ ਕਰਨਾ, ਅਫਸਰਸ਼ਾਹੀ ਦੇ ਉੱਤੇ ਨਿਗਾਹ ਰੱਖਣੀ, ਅਫਸਰਸ਼ਾਹੀ ਨੂੰ ਲੋਕਾਂ ਦੇ ਹਿੱਤ ਮੁਤਾਬਕ ਕੰਮ ਕਰਾਉਣਾ। ਨਹੀਂ, ਔਰ ਗੱਲ ਤੁਹਾਡੀ ਠੀਕ ਹੈ ਵੀ ਜਿਹੜਾ ਬੰਦਾ ਜਿਸ ਪ੍ਰੀਖਿਆ 'ਚ ਜੀ ਮੈਂ ਇੱਥੇ ਟੋਕ ਰਿਹਾ। ਇਸ ਤੋਂ ਪਹਿਲਾਂ ਮੁਖਤਿਆਰ ਅੰਸਾਰੀ ਦਾ ਕੇਸ ਸੀਗਾ, ਉਦੋਂ ਜਦੋਂ ਪੰਜਾਬ ਦੇ ਵਿੱਚ ਉਹਨੂੰ ਜੇਲ੍ਹ 'ਚ ਰੱਖਿਆ ਗਿਆ, ਉਹ ਕਿਹੜੇ ਅਫਸਰ ਨੇ ਰੱਖਿਆ? ਮੈਂ ਕਹਿੰਦਾ ਮੁਖਤਿਆਰ ਅੰਸਾਰੀ ਨੂੰ ਅਫਸਰ ਨੇ ਰੱਖਿਆ। ਮੈਂ ਬਾਸੀ ਸਾਹਿਬ ਤੁਹਾਡੀ ਗੱਲ ਇਹਦੇ ਵਿੱਚ ਜਿਸ ਅਫਸਰ ਨੇ ਰੱਖਿਆ, ਜਿਸ ਪੋਲੀਟੀਕਲ ਬੰਦੇ ਨੇ ਜੀ ਸ਼ਹਿ ਤੇ ਰੱਖਿਆ, ਉਹ ਇਹ ਸਰਕਾਰ ਕੋਲ 1 ਸਾਲ ਸੀਗਾ, ਹੋਰ 4 ਸਾਲ ਪਿਆ, ਉਹਨਾਂ ਨੂੰ ਕਟਹਿਰੇ 'ਚ ਲਿਆਓ। ਕੌਣ ਰੋਕਦਾ? ਅਸੀਂ ਤਾਂ ਨਹੀਂ ਕਹਿੰਦੇ ਵੀ ਰੋਕੋ, ਜਦੋਂ ਅਸੀਂ ਡਿਫੈਂਡ ਕਰਨਾ ਹੋਵੇ ਉੱਥੇ ਤੁਸੀਂ ਜ਼ਰੂਰ ਕਹਿ ਦਿਓ। ਜੇ ਕਿਸੇ ਨੇ ਰੱਖਿਆ, ਕਿਸੇ ਅਫਸਰ ਨੇ ਰੱਖਿਆ, ਕਿਸੇ ਪੋਲੀਟੀਕਲ ਬੰਦੇ ਨੇ ਰੱਖਿਆ, ਉਹਨੂੰ ਕਟਹਿਰੇ 'ਚ ਲਿਆਓ। ਸਾਲ ਹੋ ਗਿਆ, ਹੋਰਾਂ ਵੀ ਤਾਂ ਵਿਜੀਲੈਂਸ ਇਨਕੁਆਇਰੀਆਂ ਚੱਲ ਰਹੀ, ਉਹ ਤੇ ਵੀ ਚਲਾ ਲੈਣੀ ਚਾਹੀਦੀ ਸੀ, ਰੋਕਿਆ ਤਾਂ ਕਿਸੇ ਨੇ ਵੀ ਨਹੀਂ ਸੀ। ਇਸ ਕਰਕੇ ਆਪਾਂ ਇਸ ਗੱਲ ਕਰਕੇ ਬਰੀ ਕਰ ਦੇਣਾ ਇਹਨਾਂ ਨੂੰ ਵੀ ਜੀ ਅੰਸਾਰੀ ਸੀਗਾ ਤਾਂ ਹੁਣ ਲਾਇੰਸ ਵਾਲੇ ਕੇਸ 'ਚ ਬਰੀ ਨੇ। ਮੈਂ ਕਹਿੰਦਾ ਵੀ ਇਹ ਆਪਣਾ ਗੋਇੰਦਵਾਲ ਸਾਹਿਬ ਦੇ ਕਤਲ ਵਾਲੇ ਕੇਸ 'ਚ ਬਰੀ ਨੇ। ਸੁਖਦੇਵ ਜੀ, ਲੱਗਦਾ ਹੈ ਕਿ ਇਹ ਸਾਰਾ ਕੁਝ ਇਹ ਸਿਆਸੀ ਨੂੰ ਮਨਾਉਣ ਲੈ ਜਾਂਦਾ, ਉਹ 'ਚੋਂ ਬਰੀ ਨੇ। ਮੈਂ ਨਹੀਂ ਇਸ ਗੱਲ ਸੇ ਨਹੀਂ ਕੋਈ ਸਿਆਸੀ ਸਾਜ਼ਿਸ਼ ਲੱਗਦੀ ਹੈ, ਇਹਦੇ ਵਿੱਚੋਂ ਸਿਆਸੀ ਬੋ ਆਉਂਦੀ ਹੈ। 2024 ਦੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਸਾਰਾ ਕੁਝ ਇੱਕੋ ਦਮ ਵਾਪਰ ਰਿਹਾ। ਪੈਰਲਲ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਪੰਜਾਬ ਦੇ ਉੱਤੇ, ਇਕੱਲੀ ਇੱਕ ਚੀਜ਼ ਨਹੀਂ ਚੱਲ ਰਹੀ। ਪੰਜਾਬ ਦੀ ਧਰਤੀ ਉੱਤੇ ਸਾਨੂੰ ਦੇਖਣ ਦੀ ਲੋੜ ਆ, ਸਾਨੂੰ ਥੋੜਾ ਘੇਰਾ ਵਸੀਹ ਕਰਨਾ ਪਏਗਾ ਸੋਚ ਦਾ। ਜੇ ਦੇਖੀਏ ਬਹੁਤ ਕੁਝ ਚੱਲ ਰਿਹਾ, ਕਿਤੇ ਮੋਰਚੇ ਚੱਲ ਰਹੇ ਹੈ, ਕਿਤੇ ਕੁਝ ਚੱਲ ਰਿਹਾ, ਕਿਤੇ ਕੁਝ ਗੱਲਬਾਤ ਹੋ ਰਹੀ ਹੈ। ਕੀ ਇਹ ਇੰਟਰਵਿਊ ਵੀ ਇੱਕ ਉਸ ਸਾਜ਼ਿਸ਼ ਦਾ ਪਾਰਟ ਹੋ ਸਕਦੀ ਹੈ? ਮੈਂ ਕਿਹਾ ਦੇਖੋ, ਇਟ ਇਜ਼ ਟੂ ਅਰਲੀ ਟੂ ਪ੍ਰੈਡਿਕਟ। ਮੈਂ ਇਹ ਤਾਂ ਗੱਲ ਮੈਂ ਇੱਕ ਗੱਲ ਤੁਹਾਡੀ ਨਾਲ ਧਾਲੀਵਾਲ ਸਾਹਿਬ ਸਹਿਮਤ ਹਾਂ ਵੀ ਇਹਦੇ ਵਿੱਚ ਸਿਆਸੀ ਵੀ ਹੋ ਸਕਦਾ। ਜੇ ਤੁਸੀਂ ਉਹਦੀ 1 ਘੰਟੇ ਦੀ ਇੰਟਰਵਿਊ ਸੁਣੋਗੇ ਤਾਂ ਉਹਦੇ ਵਿੱਚ ਕਈ ਏਦਾਂ ਦੀਆਂ ਗੱਲਾਂ ਵੀ ਨੇ ਜਿਹੜੀਆਂ ਕਈ ਗੱਲਾਂ ਵੱਲ ਇਸ਼ਾਰਾ ਕਰਦੀਆਂ ਨੇ। ਦੇਖੋ, ਇਸ ਕਰਕੇ ਇਹਦੇ ਤੇ ਤਾਂ ਮੇਰੇ ਖਿਆਲ 'ਚ ਮੈਂ ਉਹੀ ਗੱਲ ਕਹਿ ਰਿਹਾ ਨਾ ਵੀ ਅਸੀਂ ਸਾਡੇ CM ਸਾਹਿਬ ਦਾ ਬਿਆਨ, ਸਾਡੇ ਕਿਸੇ ਹੋਰ ਸੰਬੰਧਿਤ ਅਫਸਰ ਦਾ ਬਿਆਨ, ਇੱਕ ਜੇਲ੍ਹ ਦੇ ਪ੍ਰਸ਼ਾਸਨ ਨੇ ਕਹਿੰਦਾ ਵੀ ਸਾਡੀ ਜੇਲ੍ਹ 'ਚ ਨਹੀਂ ਹੋਇਆ ਜੀ, ਪਤਾ ਨਹੀਂ ਕਿੱਥੇ ਹੋ ਗਿਆ, ਇਹ ਕਹਿ ਕੇ ਖੜਾ ਨਹੀਂ ਛੁੱਟਣਾ। ਇਹਦੇ ਤੇ CM ਸਾਹਿਬ ਨੂੰ ਵੀ ਸੰਵੇਦਨਸ਼ੀਲ ਹੋ ਕੇ ਬਿਆਨ ਦੇਣਾ ਚਾਹੀਦਾ। ਬਹੁਤ ਸੰਵੇਦਨਸ਼ੀਲ ਮਾਮਲਾ। ਔਰ ਮੈਂ ਧਾਲੀਵਾਲ ਸਾਹਿਬ ਤੁਹਾਡੀ ਗੱਲ ਨਾਲ ਸਹਿਮਤ ਹਾਂ। ਇਹਦੇ 'ਚ ਸਿਆਸੀ ਵੀ ਕੋਈ ਕਿਸੇ ਦੇ ਮਨਸੂਬੇ ਹੋ ਸਕਦੇ ਆ। ਜਦੋਂ ਆਪਾਂ ਹਰ ਗੱਲ ਪਹਿਲਾਂ ਵੀ ਸਿਆਸੀ ਤੌਰ ਦੇ ਉੱਤੇ ਸੋਚਦੇ ਆ ਤਾਂ ਕਿਉਂਕਿ ਉਹਦੀ ਜੇ ਪੂਰੀ ਇੰਟਰਵਿਊ ਸੁਣੋਗੇ, ਕਿਉਂਕਿ ਨਾ ਪਤਾ ਗੱਲ ਕੀ ਹੈ, ਮੈਂ ਇਹ ਸੋਚਦਾ ਵੀ ਜਦੋਂ ਸਾਡਾ ਜਰਨਲਿਸਟਿਕ ਭਾਈਚਾਰਾ, ਸਾਡੇ ਆਪਣੇ ਲੋਕ ਗਾਇਕ ਗੀਤਕਾਰਾਂ ਨੂੰ ਨਿੰਦਦੇ ਆ, ਕਲਾਕਾਰਾਂ ਨੂੰ ਨਿੰਦਦੇ ਆ, ਡਾਇਰੈਕਟਰਾਂ ਨੂੰ ਨਿੰਦਦੇ ਆ, ਨਿਰਦੇਸ਼ਕਾਂ ਨੂੰ ਨਿੰਦਦੇ ਆ ਕਿ ਉਹ ਆਪਣੇ ਗੀਤਾਂ ਦੇ ਵਿੱਚ ਗਨ ਕਲਚਰ ਪ੍ਰਮੋਟ ਕਰਦੇ ਆ, ਗੈਂਗਸਟਰਵਾਦ ਨੂੰ ਪ੍ਰਮੋਟ ਕਰਦੇ ਆ, ਤਾਂ ਐਡੀ ਕੀ ਸਾਨੂੰ ਜ਼ਰੂਰਤ ਪੈ ਗਈ ਸੀ ਕਿ ਅਸੀਂ ਇੱਕ ਗੈਂਗਸਟਰ ਦੀ ਜੇਲ੍ਹ ਦੇ ਵਿੱਚੋਂ ਜਾਂ ਜੇਲ੍ਹ ਦੇ ਜੋ ਬਾਹਰੋਂ ਵੀ ਕੱਲ ਨੂੰ ਇਹ ਗੱਲ ਦਾਵਾ ਕਰਦੇ ਨੇ ਬਾਹਰ ਹੋਈ ਹੈ ਵੀ ਇਸ ਤਰੀਕੇ ਦੀ ਇੰਟਰਵਿਊ ਕਰਨ ਦੀ ਕੀ ਜ਼ਰੂਰਤ ਪੈ ਗਈ ਸੀ, ਜਿਹਦੇ ਉੱਤੇ ਬਹੁਤ ਸੰਗੀਨ ਇਲਜ਼ਾਮਾਤ ਨੇ, ਕਤਲ ਦੇ ਇਲਜ਼ਾਮਾਤ ਨੇ, ਵੀ ਇਹ ਚੀਜ਼ਾਂ ਦੀ ਜ਼ਰੂਰਤ ਕੀ ਪੈ ਗਈ ਸੀ। ਤੇ ਮੈਨੂੰ ਇਹ ਲੱਗਦਾ ਹੈ ਭੁਪਿੰਦਰ ਜੀ ਸ਼ਾਇਦ ਮੇਰੀ ਗੱਲ ਨਾਲ ਸਹਿਮਤ ਹੋਣਗੇ ਵੀ ਅੱਜ ਕੱਲ ਸ਼ਾਇਦ ਸਾਡੇ ਲੋਕ ਵੀ ਇਸ ਚੀਜ਼ ਦੇ ਭਾਗੀਦਾਰ ਬਣ ਗਏ ਆ, ਜਿਹੜਾ ਕਦੇ ਜਿਹੜੀ ਮਿਊਜ਼ਿਕ ਇੰਡਸਟਰੀ ਦੇ ਉੱਤੇ ਗੱਲ ਆਉਂਦੀ ਸੀਗੀ ਕਿ ਉਹ ਗੈਂਗਸਟਰਵਾਦ ਨੂੰ ਜਾਂ ਗਨ ਕਲਚਰ ਨੂੰ ਪ੍ਰਮੋਟ ਕਰਦੇ ਆ। ਕੀ ਕਹੋਗੇ ਭੁਪਿੰਦਰ ਜੀ? ਗੱਲ ਇਹ ਹੈ ਜੀ, ਪੁਲਿਸ ਦਾ ਢਾਂਚਾ ਸਾਰਾ ਹਿੱਲ ਗਿਆ ਕਿਉਂਕਿ ਪੁਲਿਸ ਦੀ ਜੋ ਡਿਊਟੀ ਬਣਦੀ ਸੀ ਉਹ ਛੱਡ ਕੇ ਤੇ ਪੁਲਿਸ ਹੋਰ ਕੰਮ ਕਰਨ ਲੱਗ ਪਈ। ਕਿਹੜੇ ਕੰਮ ਕਰਨ ਲੱਗ ਪਈ? ਮੈਂ ਦੱਸਦਾ ਨਾ, ਇਹ ਸੁਣੋ ਸਾਰੀ ਗੱਲ ਕੀ ਕਰਨ ਲੱਗ ਪਈ। ਇਹ ਜਿਹੜੀ ਪੰਜਾਬ ਪੁਲਿਸ ਆ, ਇਹ 1861 ਚ ਅੰਗਰੇਜ਼ਾਂ ਨੇ ਜਦੋਂ ਪੰਜਾਬ ਤੇ ਕਬਜ਼ਾ ਕੀਤਾ ਤੇ ਇਹਨਾਂ ਘੜੀ ਕੀਤੀ, ਇਹਨਾਂ ਰੂਲ ਬਣਾਏ ਤੇ ਉਦੋਂ ਬਾਅਦ ਤੁਸੀਂ ਦੇਖ ਲਓ ਵੀ 47 ਤੱਕ ਇਹੋ ਪੁਲਿਸ ਕਾਨੂੰਨ ਉਹਨਾਂ ਇਹੋ ਜਿਹੇ ਬਣਾਏ ਪੁਲਿਸ ਦੇ ਵੀ ਪੁਲਿਸ ਬਿਲਕੁਲ ਜਿਹੜੀ ਪੋਲੀਟੀਕਲ ਜਿਹੜੀ ਪਾਵਰ ਆ ਉਹਦੇ ਥੱਲੇ ਹੋ ਕੇ ਕੰਮ ਕਰੂਗੀ ਜੀ, ਕਿਉਂਕਿ ਉਦੋਂ ਜਿਹੜੇ ਉਹ ਤੇ ਬਾਹਰ ਦੇ ਅੰਗਰੇਜ਼ ਸੀਗੇ ਤੇ ਵੱਡੇ ਅਫਸਰ ਜਾਂ ਗਵਰਨਰ ਵਗੈਰਾ ਉਹ ਸੀਗੇ। ਇਹ ਠੀਕ ਹੈ ਵੀ ਉਹਨਾਂ ਨੇ ਅੰਗਰੇਜ਼ਾਂ ਨੇ ਵੋਟਾਂ ਨਹੀਂ ਸੀ ਲੈਣੀਆਂ ਤੇ ਉਹਨਾਂ ਨੇ
ਪੁਲਿਸ ਨੂੰ ਇਹ ਘੱਟੋ ਘੱਟ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਇਨਸਾਫ ਕਰਦੇ ਆ ਤੇ ਕਰਦੇ ਵੀ ਰਹੇ ਜੀ। ਜੇ ਕੋਈ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਹੋਊਗਾ ਤੇ ਬਹੁਤ ਕਿਤੇ ਪਰਦੇ ਨਾਲ ਕੋਈ ਕਰ ਲਿਆ ਹੋਊਗਾ, ਪਰ ਓਪਨਲੀ ਪੰਜਾਬ ਪੁਲਿਸ ਬੜੀ ਪਿੰਡ 'ਚ ਜਾ ਕੇ ਪਿੰਡ 'ਚ ਖੜ ਕੇ ਇਨਸਾਫ ਕਰਦੀ ਸੀ। 47 'ਚ ਅਸੀਂ ਆਜ਼ਾਦ ਹੋ ਗਏ, ਜਿਹੜੀ ਵੀ ਪਾਰਟੀ ਬਣੀ ਉਹ ਵੋਟਾਂ ਨਾਲ ਬਣੀ, ਉਹਨੇ ਲੋਕਾਂ ਤੋਂ ਵੋਟਾਂ ਲੈਣੀਆਂ ਸੀ। ਉਹਨਾਂ ਪੁਲਿਸ ਨੂੰ ਪ੍ਰੈਸ਼ਰ ਪਾਇਆ, ਆਪਣੇ ਬੰਦੇ ਲਾਏ, ਜੇ ਕੋਈ ਅਫਸਰ ਇਨਸਾਫ ਕਰਦਾ ਸੀ ਉਹਨੂੰ ਬਦਲਤਾ, ਉਹਨੂੰ ਸਜ਼ਾ ਦਿੱਤੀ, ਜਿਹੜੇ ਮਾੜੇ ਸੀ ਉਹਨਾਂ ਨੂੰ ਤੁਸੀਂ ਆਪ ਹੀ ਦੇਖ ਲਓ ਕਿ ਇਹ ਰਾਤੋਂ ਰਾਤ ਤੇ ਹੋ ਨਹੀਂ ਗਿਆ, ਨਾ ਮਹੀਨੇ 2 ਮਹੀਨਿਆਂ 'ਚ ਹੋਇਆ। ਤੁਸੀਂ ਦੇਖੋ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਥੋੜੇ ਟਾਈਮ ਲਈ ਬਣਦਾ ਸੀ ਤੇ ਉਦੋਂ ਛੋਟੇ ਸੀ। ਸਭ ਤੋਂ ਪਹਿਲਾਂ ਜਿਹੜੇ ਪੰਜਾਬ 'ਚ ਜਿਹੜੇ ਆ ਝੂਠੇ ਮੁਕਾਬਲੇ ਹੋਏ ਇਹ ਪ੍ਰਕਾਸ਼ ਸਿੰਘ ਬਾਦਲ ਨੇ ਕਰਾਏ। ਇਹਨੇ ਨਕਸਲਾਈਟ ਮੁੰਡੇ ਕਾਲਜਾਂ 'ਚ ਪੜ੍ਹਦੇ ਸੀ, ਉਹ ਥੋੜੀ ਪੜ੍ਹ ਕੇ ਤੇ ਇੱਧਰ ਹੋ ਗਏ ਥੋੜੀ ਕਾਮਰੇਡੀ ਵੱਲ ਤੇ ਮਾਰਕਸ ਨੂੰ ਪੜ੍ਹਨ ਲੱਗ ਪਏ। ਇਹਨੇ ਝੂਠੇ ਮੁਕਾਬਲੇ ਫੜ ਕੇ ਪੁਲਿਸ ਨੇ ਮਾਰੇ। ਉਹ ਐਸਾ ਪੁਲਿਸ ਦਾ ਤੇ ਇਹਨਾਂ ਦਾ ਬਣਿਆ ਵੀ ਫਿਰ ਉਹ ਖਤਮ ਹੀ ਨਹੀਂ ਹੋਇਆ ਤੇ ਸਹਿਜੇ ਸਾਰਾ ਢਾਂਚਾ ਵਿਗੜ ਗਿਆ। ਪੁਲਿਸ ਦੀ ਕਮਾਂਡ ਜਿਹੜੀ ਆ ਜਾਂ ਤੇ ਬਥੇਰੇ ਅਫਸਰਾਂ ਨੇ ਪਿੱਛੇ ਇੱਕ ਆਈਜੀ ਸਾਹਿਬ ਸ਼ਾਇਦ ਪ੍ਰਕਾਸ਼ ਚੰਦ ਉਹ ਸੁਪਰੀਮ ਕੋਰਟ ਤੱਕ ਗਏ ਵੀ ਰੂਲ ਬਦਲਣੇ ਚਾਹੀਦੇ ਆ, ਤੇ ਇਸ ਕਰਕੇ ਪੁਲਿਸ ਦਾ ਢਾਂਚਾ ਤੇ ਤਾਂ ਹੀ ਸਹੀ ਹੋ ਸਕਦਾ ਕਿ ਬਿਲਕੁਲ ਇਮਾਨਦਾਰ ਪੁਲਿਸ ਅਫਸਰਾਂ ਨੂੰ ਲਾਇਆ ਜਾਵੇ ਤੇ ਉਹਨਾਂ ਨੂੰ ਤੁਸੀਂ ਸਾਰੀ ਗੱਲ ਦੱਸਦੀ ਜਿਵੇਂ ਹੋਏ। ਮੈਂ ਇੱਕ ਗੱਲ ਜਾਣਨੀ ਚਾਹੁੰਦਾ, ਪਰ ਇਹਦੇ ਵਿੱਚ ਪੁਲਿਸ ਅਫਸਰਾਂ ਦਾ ਫਾਇਦਾ ਕੀ ਹੈ? ਉਹਨਾਂ ਤੋਂ ਤਨਖਾਹ ਮਿਲਦੀ ਹੈ, ਉਹਦਾ ਆਪਣੀ ਤਨਖਾਹ ਦੇ ਉੱਤੇ ਗੁਜ਼ਾਰਾ ਕਰਦੇ ਜਾਂ, ਪਰ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਸ਼ਹਿ ਦੇਣ ਦਾ ਉਹਨਾਂ ਨੂੰ ਲਾਭ ਕੀ ਹੈ? ਮੈਂ ਤਾਂ ਇਹ ਜਾਣਨਾ ਚਾਹੁੰਦਾ। ਲਾ ਇਹ ਹੈ ਜੀ ਐਡੀ ਵੱਡੀ ਅਫਸਰਾਂ ਦੀ ਨਫਰੀ ਜਿਹੜੀ ਆ 84 ਤੋਂ ਬਾਅਦ ਇੱਥੇ ਪੰਜਾਬ 'ਚ ਸੈੱਟ ਕੀਤੀ ਗਈ, ਕਿਸੇ ਨੇ ਵਾਪਸ ਨਹੀਂ ਕੀਤੀ, ਕਿਸੇ ਨੇ ਉਧਰ ਧਿਆਨ ਹੀ ਨਹੀਂ ਦਿੱਤਾ ਵੀ ਇੰਨੇ ਅਫਸਰ ਕਰਦੇ ਕੀ ਆ। ਥੱਲੜੀ ਫੋਰਸ ਉਹੋ ਹੀ ਆ ਤੇ ਉਹਨਾਂ ਬੈਠਿਆਂ ਨੇ ਕੁਛ ਨਾ ਕੁਛ ਤੇ ਕਰਨਾ ਹੀ ਆ ਤੇ ਲਾਹਾ ਇਹੋ ਹੀ ਆ। ਪਹਿਲਾਂ ਹੁਣ ਇੰਨਾ ਚਿਰ ਪੰਜਾਬ 'ਚ ਫੜ ਮੁੰਡੇ ਮਾਰੀ, ਕਿੰਨੇ ਭਗੌੜੇ, ਕਿੰਨਾ ਕੁਛ ਹੋਇਆ, ਫਿਰ ਗੈਂਗਸਟਰਾਂ ਦੇ ਨਾਂ ਤੇ ਮਾਰਨੇ ਸ਼ੁਰੂ ਕਰਤੇ ਤੇ ਲਾਭ ਤੇ ਉਹ ਜਦੋਂ ਕੋਈ ਮੁੰਡਾ ਭਗੌੜਾ ਹੁੰਦਾ, ਜਦੋਂ ਮਾਰਦੇ ਆ ਇਹਨਾਂ ਨੂੰ ਤਰੱਕੀਆਂ ਮਿਲਦੀਆਂ, ਬੱਲੇ ਬੱਲੇ ਹੁੰਦੀ ਆ, ਕਈ ਕਿਸਮ ਦੇ ਕ੍ਰਾਈਮ ਇਹਨਾਂ ਦੇ ਲੁਕ ਜਾਂਦੇ ਆ। ਠੀਕ ਹੈ, ਜਿਹੜਾ ਅਫਸਰ ਮਾਰਨਾ ਉਹਨੂੰ ਕਰਪਸ਼ਨ ਦੀ ਖੁੱਲੀ ਛੋਟ ਮਿਲ ਜਾਂਦੀ ਹੈ, ਜੋ ਮਰਜ਼ੀ। ਭੁਪਿੰਦਰ ਜੀ ਵਕੀਲ ਸਾਹਿਬ ਕੁਝ ਕਹਿਣਾ ਚਾਹੁੰਦੇ ਆ? ਹਾਂਜੀ ਕੀ ਜਿਹੜੇ ਕੀ ਇਨਕਾਊਂਟਰਸ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਕੀ ਇਹ ਪੋਲੀਟੀਕਲ ਪਰਸਨਸ ਦੀ ਸਮੂਲੀਅਤ ਤੋਂ ਬਿਨਾਂ ਸੰਭਵ ਹੈ? ਅੱਜ ਦੀ ਡੇਟ 'ਚ ਵੀ ਇੱਕ ਸਾਡਾ ਮੈਂਬਰ ਪਾਰਲੀਮੈਂਟ ਓਪਨ ਥ੍ਰੈਟ ਕਰਦਾ ਵੀ ਮੁਕਾਬਲਾ ਬਣਨਾ ਕੋਈ ਵੱਡੀ ਗੱਲ ਨਹੀਂ ਹੈ, ਇੱਥੇ 1 ਮਿੰਟ ਲੱਗਦਾ ਮੁਕਾਬਲਾ ਕਰਾਉਣ ਨੂੰ, ਤੇ ਜਦੋਂ ਤੱਕ ਪੋਲੀਟੀਕਲੀ ਵਿਲ ਹੈ ਤਾਂ ਅਫਸਰਾਂ ਦੀ ਇੰਨੀ ਜ਼ਰੂਰਤ ਹੈ ਵੀ ਇੱਥੇ ਕੋਈ ਇਨਕਾਊਂਟਰ ਹੁੰਦਾ। ਲੇਕਿਨ ਕੱਲੇ ਇੱਕ ਇੰਪਲੋਈ ਅਫਸਰ, ਪੁਲਿਸ ਅਫਸਰ ਕੀ ਇੱਕ ਇੰਪਲੋਈ ਹੈ, ਤਨਖਾਹ ਟੈਕਸ ਪੇਅਰ ਦੀ ਤਨਖਾਹ ਤੋਂ ਤਨਖਾਹ ਲੈਂਦਾ ਉਹ, ਚਾਹੇ ਉਹ ਐਸਐਸਪੀ ਹੈ, ਡੀਜੀਪੀ ਹੈ, ਚਾਹੇ ਇੱਕ ਕਾਂਸਟੇਬਲ ਹੈ, ਉਹਦੀ ਆਪਦੀ ਕੀ ਜ਼ਰੂਰਤ ਹੈ? ਜਦ ਤੱਕ ਉਹਨੂੰ ਪੋਲੀਟੀਕਲ ਪੈਟਰਨੇਜ ਨਹੀਂ ਹੈ, ਜਦ ਤੱਕ ਉਹਨੂੰ ਸਿਆਸੀ ਧਿਰਾਂ ਵੱਲੋਂ ਉਹਦੀ ਉਹਨੂੰ ਨਹੀਂ ਪੈਟਰਨੇਜ ਮਿਲਦੀ, ਪੁਲਿਸ ਕਦੇ ਵੀ ਕੋਈ ਇਲੀਗਲ ਕੰਮ ਨਹੀਂ ਕਰ ਸਕਦੀ। ਪੋਲੀਟੀਕਲ ਨੇ ਤੇ ਸਾਰਾ ਸ਼ੁਰੂ ਕੀਤਾ ਜੀ। ਕੇਪੀਐਸ ਗਿੱਲ ਕਿੰਨੇ, ਸਮੇਤ ਸਿੰਘ ਸੈਣੀ ਤੁਹਾਡੇ ਕੋਲ ਤੁਰਿਆ ਫਿਰਦਾ, ਜੇ ਇਹੋ ਜਿਹਾ ਬੰਦਾ ਡੀਜੀਪੀ ਲੱਗੂਗਾ ਤੇ ਪੁਲਿਸ ਕਿਹੋ ਜਿਹੀ ਹੋਏਗੀ? ਇਸ਼ੂ ਤਾਂ ਇਹ ਹੈ। ਸਮੇਤ ਸਿੰਘ ਸੈਣੀ ਬਹੁਤ ਸੀਨੀਅਰ ਇਤੋਂ ਅਫਸਰ ਸੀ, ਬਹੁਤ ਚੰਗੇ ਅਫਸਰ ਸੀ, ਉਹ ਨਹੀਂ ਲਾਏ। ਸਮੇਤ ਸਿੰਘ ਸੈਣੀ ਨੂੰ ਡੀਜੀਪੀ ਲਾਇਆ ਗਿਆ ਤੇ ਤੁਸੀਂ ਦੇਖੋ ਵੀ ਪੁਲਿਸ ਥੱਲੇ ਕਿਹੋ ਜਿਹੀ ਹੋਊਗੀ, ਉਹ ਜਿਹੀ ਹੋ ਜਾਣੀ ਜਿਹੋ ਜਿਹਾ ਅਫਸਰ ਹੁੰਦਾ। ਅਫਸਰ ਨੂੰ ਵੀ ਫਾਲੋ ਕਰਦੇ ਆ। ਕੇਪੀਐਸ ਗਿੱਲ ਵਰਗੇ ਡੀਜੀਪੀ ਲਾਏ ਗਏ ਤੇ ਥੱਲੇ ਪੁਲਿਸ ਕਿਹੋ ਜਿਹੀ ਹੋਣੀ ਸੀ? ਬਾਸੀ ਸਾਹਿਬ ਗੱਲ ਇਹ ਹੈ, ਜਿਹੜਾ ਸਵਾਲ ਮੈਂ ਭੁਪਿੰਦਰ ਜੀ ਨੂੰ ਪੁੱਛਿਆ ਸੀਗਾ ਵੀ ਇਸ ਤਰੀਕੇ ਦੇ ਨਾਲ ਇੰਟਰਵਿਊਜ਼ ਕਰਕੇ ਵੀ ਉਹ ਗੈਂਗਸਟਰਵਾਦ ਨੂੰ ਹਲਾਰਾ ਦਿੱਤਾ ਜਾ ਰਿਹਾ, ਉਤਸ਼ਾਹਿਤ ਕੀਤਾ ਜਾ ਰਿਹਾ, ਗਲੋਰੀਫਾਈ ਕੀਤਾ ਜਾ ਰਿਹਾ। ਸਰ ਬਿਲਕੁਲ ਗਲੋਰੀਫਿਕੇਸ਼ਨ ਹੈ। ਤੁਸੀਂ ਜੇ ਪੰਜਾਬ ਜੇਲ੍ਹਾਂ ਦੇ ਹਾਲਾਤ ਦੇਖੋ, ਪੰਜਾਬ ਦੇ ਜੇਲ੍ਹ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦਾ ਨਸ਼ਾ ਮਿਲਦਾ, ਉੱਥੇ ਹਰ ਤਰ੍ਹਾਂ ਦੀ ਗੈਂਗਸਟਰ ਨੂੰ ਸਹੂਲਤਾਂ ਮਿਲ ਰਹੀਆਂ, ਓਪਨ ਜਿਹੜੇ ਫੋਨਸ ਦੇ ਥਰੂ ਓਪਨ ਥ੍ਰੈਟਸ, ਓਪਨ ਜਿਹੜੀਆਂ ਡਿਬੇਟਸ ਚੱਲ ਰਹੀਆਂ, ਇਹ ਸਾਡੇ ਪੰਜਾਬ ਦੇ ਜੇਲ੍ਹਾਂ ਦੇ ਹਾਲਾਤ ਬਿਆਨ ਕਰਦੀਆਂ ਕਿ ਜਿਹੜੀਆਂ ਜੇਲ੍ਹਾਂ ਨੂੰ ਤੁਸੀਂ ਕ੍ਰਿਮੀਨਲਸ ਨੂੰ ਬੰਦ ਕਰਨ ਵਾਸਤੇ, ਸੁਧਾਰਨ ਵਾਸਤੇ ਬਣਾਇਆ, ਉਹ ਤਾਂ ਪਨਾਹਗਾਹ ਬਣ ਗਿਆ।
ਮੈਂ ਤੁਹਾਨੂੰ ਮੁਖਤਿਆਰ ਅੰਸਾਰੀ ਉਹਨੇ 4-5 ਸਾਲ ਰਹਿ ਕੇ ਜਾਂਦਾ ਪੰਜਾਬ ਦੇ ਵਿੱਚ, ਜਦ ਤੱਕ ਸਰਕਾਰ ਨਹੀਂ ਬਦਲਦੀ। ਪਨਾਹ ਆਈ ਸੀ ਉਹ। ਬੇਸਿਕਲੀ ਸਾਡੀਆਂ ਜਿਹੜੀਆਂ ਜੇਲ੍ਹਾਂ ਹੈ ਇਹਨਾਂ ਨੂੰ ਐਜ਼ ਏ ਪਨਾਹਗਾਹ ਯੂਜ਼ ਕੀਤਾ ਜਾ ਰਿਹਾ। ਜਿਹੜੇ ਡਰੱਗ ਮਾਫੀਆ ਹੈ ਉਹ ਇੱਥੇ ਆਪਣੀ ਮਾਰਕੀਟ ਬਣਾਈ ਬੈਠੇ ਹੈ, ਤੇ ਮੇਰੇ ਖਿਆਲ ਕੋਈ ਉਹ ਐਸੀ ਜੇਲ੍ਹ ਹੋਣੀ ਹੈ ਜਿੱਥੋਂ ਜੇਲ੍ਹ EMPLOYEES ਉੱਥੋਂ ਵੱਡੇ ਮੁਨਾਫੇ ਨਹੀਂ ਕਮਾਉਂਦੇ ਹੋਣੇ। ਤੇ ਜਿੰਨੇ ਵੀ ਹੁਣ ਸਾਡੇ ਕੋਲ ਜਿਹੜੇ ਪ੍ਰਿਜ਼ਨਰਸ ਆਉਂਦੇ ਆ ਜਿਨ੍ਹਾਂ ਦੀ ਜ਼ਮਾਨਤਾਂ ਲਾਉਂਦੇ ਉਹ ਜੇਲ੍ਹ ਦੇ ਹਾਲਾਤ ਅੰਦਰੋਂ ਦੱਸਦੇ ਆ ਸਾਨੂੰ ਅੰਦਰ ਕੀ ਹੋ ਰਿਹਾ। ਬਿਲਕੁਲ ਸੁਖਦੇਵ ਜੀ, ਇਹ ਗੱਲ ਸਹੀ ਹੈ ਜੋ ਬਾਸੀ ਸਾਹਿਬ ਕਹਿ ਰਹੇ ਆ ਵੀ ਜੇਲ੍ਹਾਂ ਪਨਾਹਗਾਹ ਬਣ ਗਈਆਂ ਨੇ, ਨਸ਼ਿਆਂ ਦਾ ਅੱਡਾ ਬਣ ਗਈਆਂ ਨੇ। ਦੇਖੋ ਮੈਂ ਤਾਂ ਬਾਸੀ ਸਾਹਿਬ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ, ਮੈਂ ਤਾਂ ਇਸ ਗੱਲ ਤੋਂ ਮੁਨਕਰ ਨਹੀਂ ਹਾਂ। ਜ਼ਿੰਮੇਵਾਰ ਕੌਣ ਹੈ? ਇੱਕ ਗੱਲ ਕਹੀ ਸੀਗੀ, ਮੈਂ ਤਾਂ ਕਹਿੰਦਾ ਵੀ ਮੈਂ ਤਾਂ ਪਹਿਲਾਂ ਇਹ ਤੁਹਾਨੂੰ ਸ਼ਾਇਦ ਧਾਲੀਵਾਲ ਸਾਹਿਬ ਤੁਸੀਂ ਗੱਲ ਮੇਰੀ ਸਮਝੇ ਨਹੀਂ, ਮੈਂ ਤਾਂ ਕਿਸੇ ਪਾਰਟੀ ਦੀ ਗੱਲ ਨਹੀਂ ਕੀਤੀ। ਮੈਂ ਸਮਝ ਗਿਆ, ਤੁਸੀਂ ਸਾਰਿਆਂ ਨੂੰ ਕਟਿਆਰੇ ਦੇ ਵਿੱਚ ਲਿਆਣਾ। ਕਿਸੇ ਦੀ ਵੀ ਸਰਕਾਰ ਹੋਵੇ ਜਦੋਂ ਇਹ ਹੁੰਦਾ ਇਹ ਮਾੜਾ ਹੈ। ਮੈਂ ਤੁਹਾਨੂੰ ਗੱਲ ਦੱਸਦਾ ਨਾ ਜੀ, ਦੇਖੋ ਅਸੀਂ ਹੋ ਜਾ ਕਿੱਧਰ ਨੂੰ ਰਹੇ ਹਾਂ। ਇੱਕ ਸੁਕੇਸ਼ ਰੰਜਨ ਹੈ, ਇੱਕ ਉਹ ਹਜੇ ਠੱਗੀ ਦੇ ਕੇਸ ਦੇ ਵਿੱਚ ਬੰਦਾ, ਉਹ 100 ਕਰੋੜ ਦਾ ਇਲਜ਼ਾਮ ਜੈਨ ਦੇ ਉੱਤੇ ਲਾਉਂਦਾ ਜੇਲ੍ਹ ਦੇ ਵਿੱਚ ਹੀ। ਉਸੇ ਜੇਲ੍ਹ 'ਚ ਜੈਨ ਬੰਦਾ ਮੰਤਰੀ, ਉੱਥੋਂ ਦਾ ਜੇਲ੍ਹ ਮੰਤਰੀ ਜਿਹੜਾ ਹੁਣ ਰਿਜ਼ਾਈਨ ਹੋਇਆ, ਔਰ ਉੱਥੇ ਹੀ ਸੁਕੇਸ਼ ਰੰਜਨ ਪੈਂਦਾ, ਉਹ 100 ਕਰੋੜ ਦਾ ਇਲਜ਼ਾਮ ਲਾਉਂਦਾ, ਉਹਦੀ ਕੋਈ ਇਨਕੁਆਇਰੀ ਨਹੀਂ, ਕਿਸੇ ਨੇ ਕੋਈ ਇਨਕੁਆਇਰੀ ਨਹੀਂ ਲਾਈ। ਔਰ ਉਸ ਤੋਂ ਬਾਅਦ ਉਹੀ ਜੈਨ ਉੱਥੇ ਬੈਠ ਕੇ ਜੇਲ੍ਹ ਮੰਤਰੀ ਹੁੰਦੇ ਹੋਏ ਮਾਲਿਸ਼ ਕਰਾਉਂਦੇ ਆ, ਉਹਦੀਆਂ ਵੀਡੀਓ ਸਾਹਮਣੇ ਆ ਜਾਂਦੀਆਂ ਨੇ। ਮੈਂ ਤਾਂ ਇਹ ਗੱਲ ਕਹਿਣਾ ਵੀ ਆਪਾਂ ਫੇਰ ਇਹ ਕਹੀਏ ਵੀ ਨਹੀਂ ਅਫਸਰ ਹੀ ਕਰਦੇ ਆ, ਪੋਲੀਟੀਕਲ ਨਹੀਂ ਕਰਦੇ। ਮੈਂ ਤਾਂ ਪਹਿਲਾਂ ਪੋਲੀਟੀਕਲ ਬੰਦਿਆਂ ਨੂੰ ਕਟਹਿਰੇ 'ਚ ਖੜਦਾ। ਮੈਂ ਇਹ ਵੀ ਗੱਲ ਮੈਂ ਬਾਸੀ ਸਾਹਿਬ ਦੀ ਗੱਲ ਨਾਲ ਇਹ ਵੀ ਵਾਅਦਾ ਕੀਤਾ ਸੀ ਵੀ ਜੇ ਕਿਸੇ ਨੇ ਅੰਸਾਰੀ ਨੂੰ ਕੀਤਾ ਇੱਥੇ ਉਹਨੂੰ ਰੱਖਿਆ, ਕਿਸੇ ਅਫਸਰ ਨੇ ਰੱਖਿਆ, ਕਿਸੇ ਪੋਲੀਟੀਕਲ ਨੇ, ਉਹ ਵੀ ਕਟਹਿਰੇ 'ਚ ਆਉਣਾ ਚਾਹੀਦਾ। ਮੈਂ ਸਿੱਧੂ ਸਾਹਿਬ ਨੂੰ ਜੋੜਨਾ ਚਾਹੁੰਦਾ ਵੀ ਸਿੱਧੂ ਸਾਹਿਬ ਕੀ ਸਾਡੇ ਬੰਦੇ ਚੰਗੇ ਦੂਜੇ ਮਾੜੇ ਨਹੀਂ। ਦੇਖੋ ਜਿਹਦੇ ਵੀ ਪਾਰਟੀ ਦੇ ਬੰਦੇ ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ। ਜੇ ਕੋਈ ਚੰਗਾ ਉਹਨੂੰ ਅਸੀਂ ਚੰਗਾ ਕਹਾਂਗੇ, ਜਿਹੜਾ ਮਾੜਾ ਉਹਨੂੰ ਅਸੀਂ ਨਹੀਂ ਮਾੜਾ ਕਹਾਂਗੇ, ਉਹਨੂੰ ਸਮੇਂ ਨੇ ਮਾੜਾ ਕਹਿ ਹੀ ਦੇਣਾ ਹੁੰਦਾ। ਸਿੱਧੂ ਸਾਹਿਬ ਕੀ ਸੋਚਦੇ ਹੋ, ਸਮਾਜ ਲਈ ਕਿੰਨਾ ਕੁ ਵੱਡਾ ਖਤਰਾ ਨੇ ਅਜਿਹੀਆਂ ਗਤੀਵਿਧੀਆਂ? ਦੇਖੋ ਜੀ, ਮੈਂ ਕਈ ਜੇਲ੍ਹਾਂ ਦੇ ਵਿੱਚ ਜਿੱਥੇ ਸਾਡੇ ਡੌਗਸ ਬਲੱਡ, ਮੈਂ ਪੰਜਾਬ ਦੀ ਵੀ ਕਈ ਜੇਲ੍ਹਾਂ 'ਚ ਗਿਆ ਜਿੱਥੇ ਡੈਂਬੋਸ ਹੁੰਦੇ ਸੀਗੇ। ਇਹ ਤਾਂ ਜੀ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ, ਪੋਲੀਟੀਕਲ ਵਿਲ ਹੋਣੀ ਚਾਹੀਦੀ ਹੈ। ਮੈਂ ਪਿਛਲੀ ਸਰਕਾਰ ਕਾਂਗਰਸ ਦੀ ਨੂੰ ਵੀ ਲਿਖਿਆ ਸੀ, ਅਕਾਲੀਆਂ ਦੇ ਟਾਈਮ ਵੀ ਲਿਖਿਆ ਸੀ ਜੀ ਕਿ ਇਹ ਡੌਗਸ ਤੁਸੀਂ ਅਗਰ ਯੂਜ਼ ਕਰੋਗੇ, ਹੈਂਡਲਰ ਵੀ ਆਪਣੇ ਮੁਲਾਜ਼ਮਾਂ ਨੂੰ ਨਾ ਹੈਂਡਲਰ ਬਣਾਓ, ਕਿਉਂਕਿ ਪਹਿਲਾਂ ਇੱਕ ਵਾਰੀ ਪੰਜਾਬ 'ਚ ਹੋ ਚੁੱਕਿਆ ਕਿ ਡੌਗਸ ਗਏ ਸੀ, ਇਹਨਾਂ ਨੇ ਆਪਣੇ ਮੁਲਾਜ਼ਮਾਂ ਨੂੰ ਹੀ ਹੈਂਡਲਰ ਬਣਾਤਾ। ਪਹਿਲੇ ਮਹੀਨੇ ਬੜਾ ਵਧੀਆ ਕੰਮ ਕੀਤਾ ਉਹਨਾਂ ਨੇ, ਉਸ ਤੋਂ ਬਾਅਦ ਉਹਨਾਂ ਨੇ ਕੰਮ ਕਰਨਾ ਬੰਦ ਕਰਤਾ, ਕਿਉਂਕਿ ਡੌਗਸ ਤਾਂ ਚੀਜ਼ਾਂ ਲੱਭ ਲੈਂਦੇ ਸੀ। ਮੁਲਾਜ਼ਮਾਂ ਨੇ ਡੌਗਸ ਨੂੰ ਮਾਰਨਾ ਸ਼ੁਰੂ ਕਰਤਾ, ਡੌਗਸ ਨੇ ਕੰਮ ਕਰਨਾ ਬੰਦ ਕਰਤਾ। ਅਸੀਂ ਫਿਰ ਇਹਨਾਂ ਨੂੰ ਆਪਸ਼ਨ ਦਿੱਤੀ ਜੀ, ਅਸੀਂ ਹੈਂਡਲਰ ਵੀ ਤੁਹਾਨੂੰ ਅਸੀਂ ਆਪਣੇ ਦਿੰਦੇ ਹਾਂ, ਤੁਹਾਨੂੰ ਰਿਜ਼ਲਟਸ ਵੀ ਆਣਗੇ, ਇੱਕ ਡੈਟਰੈਂਟ ਬਣ ਜਾਏਗਾ। ਬਟ ਇਹ ਪੋਲੀਟੀਕਲ ਵਿਲ ਚਾਹੀਦੀ ਹੈ, ਜਿਹੜੀ ਕਿ ਮੈਨੂੰ ਨਹੀਂ ਲੱਗਦਾ ਪੋਲੀਟੀਕਲ ਵਿਲ ਹੈਗੀ ਕਿਸੇ ਵੀ ਸਰਕਾਰ 'ਚ, ਕਿਉਂਕਿ ਤੁਹਾਨੂੰ ਪਤਾ ਹੀ ਹੈ ਅਗਰ ਉੱਥੇ ਡਰੱਗਸ ਵਿਕਦੇ ਆ, ਮੋਬਾਈਲ ਫੋਨ ਚੱਲਦੇ ਆ, ਉਹਦਾ ਫਾਇਦਾ ਕਿਹਨੂੰ ਹੈ, ਮੋਨੀਟਰੀ ਫਾਇਦਾ ਵੀ ਕਿਹਨੂੰ ਹੈ, ਤੇ ਬਾਕੀ ਬੈਨੀਫਿਟਸ ਕਿਹਨੂੰ ਜਾਂਦੇ ਆ। ਦੇਖੋ ਜਿਹੜੇ ਬਿਊਰੋਕਰੈਟਸ ਹੁੰਦੇ ਆ, ਦੇ ਵਰਕ ਐਟ ਦ ਵਿਲ ਆਫ ਦ ਪੋਲੀਟੀਸ਼ੀਅਨਸ, ਉਹ ਆਪਣੀ ਵਿਲ ਤੇ ਕਰ ਹੀ ਨਹੀਂ ਸਕਦੇ ਕੰਮ। ਆਈ ਐਮ ਵੈਰੀ ਕਲੀਅਰ ਔਨ ਦੈਟ। ਤੁਸੀਂ ਕਹੋ ਜੀ ਇਹ ਬਿਊਰੋਕਰੈਟ ਚੰਗਾ ਹੈ ਮਾੜਾ ਹੈ, ਸਾਰੇ ਬਿਊਰੋਕਰੈਟਸ ਹੀ ਚੰਗੇ ਹੁੰਦੇ ਆ, ਉਹ ਪੜ੍ਹ ਲਿਖ ਕੇ ਹੀ ਆਉਂਦੇ ਆ ਇੱਥੇ, ਇੰਨਾ ਪੜ੍ਹਾਈ ਕਰਨ ਤੋਂ ਬਾਅਦ ਉਹਨਾਂ ਨੂੰ ਇਹ ਪੋਜੀਸ਼ਨਸ ਮਿਲਦੀਆਂ। ਬਟ ਜਦ ਉਹਨਾਂ ਦੇ ਪੋਲੀਟੀਕਲ ਬੌਸਿਸ ਹੀ ਨਹੀਂ ਉਹਨਾਂ ਨੂੰ ਕੰਮ ਕਰਨ ਦੇਣਗੇ, ਉਹ ਕੀ ਕਰ ਲੈਣਗੇ? ਅਸੀਂ ਤਾਂ ਮੈਂ ਤਾਂ ਇੱਥੇ ਤੱਕ ਕਿਹਾ ਸੀ ਜੀ ਤੁਸੀਂ ਮੇਰੇ ਤੋਂ ਫ੍ਰੀ ਵੀ ਲੈ ਲਓ, ਮੈਂ ਦੇਣ ਨੂੰ ਤਿਆਰ ਹਾਂ, ਤੁਸੀਂ ਯੂਜ਼ ਤਾਂ ਕਰੋ। ਕਿ ਦੂਜੀਆਂ ਸਟੇਟਸ ਕਿਉਂ ਮੇਰੇ ਤੋਂ ਲੈਂਦੀਆਂ? ਮਨੀਪੁਰ, ਸਿੱਕਮ, JNK, ਕੇਰਲਾ, ਅਸਾਮ ਰਾਈਫਲ, ਸਾਰੀ ਦੁਨੀਆ ਇੱਥੇ ਇੰਡੀਆ ਦੇ ਡੌਗ ਜਿਹੜੇ ਹੈ ਸਟੇਟ ਲੈਂਦੀ ਹੈ, ਬਟ ਪੰਜਾਬ ਵਾਲਿਆਂ ਨੂੰ ਹੀ ਪਤਾ ਨਹੀਂ ਕੀ, ਮੈਂ ਪੰਜਾਬੀ 'ਚ ਕਹਿਣਾ ਨਹੀਂ ਚਾਹੁੰਦਾ ਵਰਡ, ਉਹਨਾਂ ਨੂੰ ਹੀ ਮੇਰੇ ਤੋਂ ਹੀ ਖੁਰਕ ਹੈ ਕਿ ਪਤਾ ਨਹੀਂ ਇਹਦੇ ਡੌਗਸ ਆ ਕੇ ਕੀ ਕਰ ਦੇਣਗੇ। ਸੋ ਨਹੀਂ, ਵੱਡਾ ਸਵਾਲ ਹੈ ਇਹ ਵੱਡਾ ਸਵਾਲ ਹੈ ਵੀ ਜਿੱਥੋਂ ਸਾਡੀ ਬਹੁਤ ਸਾਰੀ ਵੱਡੀ ਮੁਸੀਬਤ ਹੱਲ ਹੋ ਸਕਦੀ ਹੈ, ਸਾਡੀ ਵੱਡੀਆਂ ਚੁਣੌਤੀਆਂ ਨੂੰ ਨੱਥ ਪਾਈ ਜਾ ਸਕਦੀ ਹੈ, ਸਰਕਾਰਾਂ ਆਖਰ ਕਿਉਂ ਨਹੀਂ ਉਹਨਾਂ ਨੂੰ ਐਕਸੈਪਟ ਕਰਦੀਆਂ, ਉਹ ਚੀਜ਼ਾਂ ਨੂੰ ਕਿਉਂ ਨਹੀਂ ਅਪਣਾ ਕੇ ਦੇਖ ਲੈਂਦੀਆਂ? ਤੇ ਬਸ ਇੱਕ ਚੀਜ਼ ਮੈਂ ਗੱਲ ਬੜੀ ਕਰਦਾ, ਤੁਸੀਂ ਕਿਹਾ ਵੀ ਡੌਗ ਸਕੁਆਡ ਦੀ ਇਹਨਾਂ ਨੇ ਟ੍ਰੇਨ ਕੀਤੇ ਨੇ, ਜੇ ਉੱਥੇ ਡੌਗਸ ਹੋਣਗੇ ਤਾਂ ਅੰਦਰ ਨਸ਼ਾ ਕਿਵੇਂ ਜਾਊਗਾ, ਸਿਮਸ ਕਿਵੇਂ ਜਾਣਗੇ? ਕਿਉਂਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗਸ ਦਾ ਜਿਹੜਾ ਉੱਥੇ ਧੰਦਾ ਹੁੰਦਾ ਹੈ, ਤੇ ਉੱਥੇ ਐਸੀ ਕੋਈ ਵੀ ਫੈਸਿਲਿਟੀ ਸੁਵਿਧਾ ਨਹੀਂ ਲਾਉਣਗੇ ਜਿਹਦੇ ਨਾਲ ਇਹ ਚੀਜ਼ ਤੇ ਚੈੱਕ ਹੋ ਸਕੇ। ਤੁਸੀਂ ਕੁੱਤੇ ਛੱਡੋ, ਤੁਸੀਂ ਇਲੈਕਟ੍ਰੋਨਿਕ ਕੁਝ ਵੀ ਐਸਾ ਲਾਉਣ ਦੀ ਉੱਥੇ ਕੋਈ ਵੀ ਪ੍ਰੋਵੀਜ਼ਨ ਨਹੀਂ ਕਰਨਗੇ, ਕਿਉਂਕਿ ਨਹੀਂ ਇੱਥੋਂ ਬਾਸੀ ਸਾਹਿਬ ਤੁਹਾਡੀ ਗੱਲ ਨੂੰ ਮੈਂ ਹੋਰ ਵੱਡੀ ਕਰ ਦਿੰਦਾ। ਸਿੱਧੂ ਸਾਹਿਬ ਕੁਝ ਕਹਿਣਾ ਚਾਹੁੰਦੇ, ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਹੂੰਗਾ। ਸਿੱਧੂ ਸਾਹਿਬ, ਗੱਲ ਇਹ ਹੈ ਵੀ ਜੇ ਤੁਹਾਡੇ ਕੁੱਤੇ ਅੰਦਰ ਚਲੇ ਗਏ, ਇਹਨਾਂ ਦਾ ਕੁੱਤਪੁਣਾ ਕਿਵੇਂ ਚੱਲੂਗਾ?
तो जी यही तो चीज मैं हमेशा कहता है, यही गल मैं करदा जी। हाँ जी, ਇਹੀ ਚੀਜ਼ ਤੁਹਾਨੂੰ ਦੱਸਦਾ ਜੀ ਕਿ ਬਾਕੀ ਸਟੇਟ ਵਾਲੇ ਕਿ ਹੁਣ ਇਲੈਕਸ਼ਨ ਕਮਿਸ਼ਨ ਹਰ ਸਾਲ ਜਦੋਂ ਵੀ ਇਲੈਕਸ਼ਨਾਂ ਹੁੰਦੀਆਂ ਪੰਜਾਬ 'ਚ ਮੇਰੇ ਤੋਂ ਸਪੈਸ਼ਲੀ ਡੌਗਸ ਲੈ ਕੇ ਜਾਂਦੇ ਆ। ਪੰਜਾਬ ਪੁਲਿਸ ਨੂੰ ਮੈਂ ਆਫਰ ਕਰ ਰਿਹਾ ਕਿ ਮੈਂ ਤੁਹਾਨੂੰ ਡੌਗਸ ਮੱਚ ਬੈਟਰ ਪ੍ਰਾਈਸ ਤੇ ਦਿੰਦਾ ਹੈ, ਬੈਟਰ ਚੀਜ਼ ਹੈ। ਤੁਹਾਡਾ ਪੰਜਾਬ ਸਰਕਾਰ ਦੇ ਆਧਾਰ ਹੈ, ਮੇਰਾ ਪ੍ਰਾਈਵੇਟ ਤਾਂ ਹੈ ਨਹੀਂ, ਪੰਜਾਬ ਸਰਕਾਰ ਦੇ ਆਧਾਰ ਹੈ। ਬਟ ਮੇਰੇ ਤੋਂ ਨਹੀਂ ਲੈਣੇ ਜਿੱਥੇ ਕਿ ਫਿਲੌਰ ਦੇ ਵਿੱਚ, ਜਿੱਥੇ ਕਿ ਟ੍ਰੇਨਿੰਗ ਦੀ ਫੈਸਿਲਿਟੀ ਸਿਰਫ 1 ਏਕੜ 'ਚ ਹੈ, ਮੇਰੇ ਕੋਲ ਇੱਥੇ ਕੋਈ ਕਮ ਸੇ ਕਮ 18 ਏਕੜ 'ਚ ਹੈ ਜਿੱਥੇ ਅਸੀਂ ਡੌਗਸ ਟ੍ਰੇਨ ਕਰਦੇ ਹਾਂ। ਉਹ ਮਨੀਪੁਰ ਪੁਲਿਸ ਲੈ ਲਓ ਤੁਸੀਂ, ਸਿੱਕਿਮ ਵਾਲੇ, ਅਸਾਮ ਵਾਲੇ ਉੱਥੋਂ ਆ ਕੇ ਲੈ ਜਾਂਦੇ, ਪਰ ਪੰਜਾਬ ਵਾਲਿਆਂ ਨੂੰ ਐਕਚੁਅਲੀ ਕੋਈ ਪ੍ਰੋਬਲਮ ਹੈਗੀ ਜੀ। ਕੀ ਪ੍ਰੋਬਲਮ ਲੱਗਦੀ ਹੈ ਕਿ ਡਰ ਕੀ ਕੋ ਆਲਰੇਡੀ ਡੌਗ ਹੈਗੇ ਆ ਜੀ, ਟ੍ਰੇਨਰ ਵੀ ਹੈਗੇ, ਡੌਗ ਵੀ ਹੈਗੇ ਪੰਜਾਬ ਪੁਲਿਸ ਕੋ। ਸਰ ਜੀ ਬਿਲਕੁਲ ਨਹੀਂ ਜੀ, ਮੈਂ ਹੀ ਪਹਿਲਾਂ ਦਿੱਤੇ ਸੀਗੇ ਜੀ, ਸ਼ਾਇਦ ਤੁਹਾਨੂੰ ਭੁੱਲਰ ਸਾਹਿਬ ਪਤਾ ਨਾ ਹੋਵੇ, 4 ਸਾਲ ਪਹਿਲਾਂ ਮੈਂ ਹੀ ਦਿੱਤੇ ਸੀ। ਪਤਾ ਜੀ, ਮੈਨੂੰ ਪਤਾ ਨਹੀਂ, ਤੁਸੀਂ ਸਰ ਜੀ ਇਸ ਟਾਈਮ ਉਹਨਾਂ ਦੇ ਰਿਟਾਇਰ ਭੁੱਲਰ ਸਾਹਿਬ ਰਿਟਾਇਰ ਹੋ ਚੁੱਕੇ ਆ ਡੌਗ ਸਾਰੇ। ਐਸ ਪਰ ਦਾ ਆਈਟੀ ਇਨਫੋਰਮੇਸ਼ਨ ਉਹਨਾਂ ਦੀ ਬਹੁਤ ਵਧੀਆ ਕੰਮ ਕਰ ਰਹੇ, ਉਹਨਾਂ ਦੀ ਡੌਗ ਸਕੁਐਡ ਰਿਟਾਇਰ ਹੋ ਚੁੱਕੀ ਹੈ ਜੀ। ਸਿਰਫ ਉਹਨਾਂ ਕੋਲ 4 ਡੌਗਸ ਹੈ ਜਿਹੜੇ ਕੰਮ ਕਰ ਰਹੇ ਆ ਅਗੇਂਸਟ 68 ਸੈਂਕਸ਼ਨ ਪੋਸਟ। ਮੇਰੇ ਕੋਲ ਇੱਕ ਫਿਗਰ ਹੈ ਜੀ, ਇੱਕ ਫਿਗਰ ਹੈਗਾ ਮੇਰੇ ਕੋਲ। ਕਿੱਥੋਂ ਦੀ ਗੱਲ? ਪੰਜਾਬ ਦੀ ਗੱਲ ਕਰਦਾ ਜੀ ਮੈਂ, ਪੰਜਾਬ 'ਚ ਕਰ ਰਿਹਾ ਕੰਮ। ਨਹੀਂ ਫਲੋਰ ਡੌਗ ਹੈਗੇ ਆ ਜੀ ਅਜੇ ਵੀ। ਸਰ ਜੀ 4 ਡੌਗਸ ਹੈ ਉਹਨਾਂ ਕੋਲ। ਸਰ ਜੀ 4 ਡੌਗਸ ਹੈਗੇ ਹਾਲੀ ਵੀ। ਪ੍ਰਾਈਮ ਮਿਨਿਸਟਰ ਸਿਕਿਉਰਿਟੀ ਲਈ ਤਾਂ ਮੇਰੇ ਤੋਂ ਡੌਗਸ ਲੈ ਕੇ ਜਾਂਦੇ, ਅਗਰ ਪੰਜਾਬ ਪੁਲਿਸ ਕੋਲ ਹੁੰਦੇ ਤਾਂ ਉਹ ਮੇਰੇ ਤੋਂ ਕਿਉਂ ਲੈ ਕੇ ਜਾਂਦੇ? ਪ੍ਰਾਈਮ ਮਿਨਿਸਟਰ ਸਿਕਿਉਰਿਟੀ ਵਾਲੇ ਪੰਜਾਬ ਪੁਲਿਸ ਤੋਂ ਕਿਉਂ ਨਾ ਲੈਂਦੇ ਜੀ? ਸੋ ਭੁੱਲਰ ਸਾਹਿਬ ਮੈਂ ਫੈਕਟਸ ਤੇ ਗੱਲ ਕਰਦਾ, ਮੈਂ ਹਵਾ 'ਚ ਨਹੀਂ ਗੱਲ ਕਰਦਾ। ਮੇਰੇ ਕੋਲ ਇੱਕ ਚੀਜ਼ ਦਾ ਪੁਆਇੰਟ ਹੈ, ਮੇਰੇ ਕੋਲ ਚਿੱਠੀਆਂ ਮੈਂ ਹਾਈ ਕੋਰਟ ਨੂੰ ਵੀ ਚਿੱਠੀਆਂ ਲਿਖੀਆਂ ਕਿ ਜੀ ਮੈਂ ਆਪਣੀ ਸਰਵਿਸ ਦੇਣ ਨੂੰ ਤਿਆਰ ਹਾਂ ਜੇਲ੍ਹਾਂ 'ਚ। ਹਾਈ ਕੋਰਟ ਤੋਂ ਵੀ ਕੋਈ ਜਵਾਬ ਨਹੀਂ ਹਾਲੀ ਤੱਕ ਆਇਆ ਮੈਨੂੰ। ਮੈਂ ਰਜਿਸਟਰਾਰ ਨੂੰ ਵੀ ਲਿਖ ਚੁੱਕਿਆ, ਮੈਂ ਚੀਫ ਜਸਟਿਸ ਨੂੰ ਵੀ ਲਿਖ ਚੁੱਕਿਆ, ਪੰਜਾਬ ਦੇ ਕੋਈ ਜਵਾਬ ਨਹੀਂ ਜੀ। ਚਲੋ ਮੈਂ ਬਹੁਤ ਵੱਡੇ ਕਲੀਅਰ ਦੈਟ ਪੋਲੀਟੀਕਲ ਵਿਲ ਨਹੀਂ ਹੈ ਜੀ। ਜੀ ਬਿਲਕੁਲ ਸਹੀ ਗੱਲ ਹੈ ਵੀ ਜੇਕਰ ਇਹਦੇ ਉੱਤੇ ਮਨਸ਼ਾ ਹੋਵੇਗੀ ਤਾਂ ਨੱਥ ਪਾਈ ਜਾ ਸਕਦੀ ਹੈ। ਅਜਿਹੀ ਕਿਹੜੀ ਚੀਜ਼ ਹੈ ਜਿਹੜੀ ਨਹੀਂ ਹੋ ਸਕਦੀ, ਜਿਹਦੇ ਨਹੀਂ ਨਕੇਲ ਕਸੀ ਜਾਵੇ? ਤਾਂ ਕਹਿੰਦੇ ਹੁੰਦੇ ਆ ਕਿ ਜੇ ਪੁਲਿਸ ਚਾਹਵੇ ਤੇ ਪਰਿੰਦਾ ਵੀ ਜਿਹੜਾ ਹੈ ਉਹ ਜੇਲ੍ਹ 'ਚ ਪਰ ਨਹੀਂ ਮਾਰ ਸਕਦਾ। ਜੇ ਸਰਕਾਰ ਚਾਹਵੇ ਕੋਈ ਵੀ ਸ਼ੈ ਜਿਹੜੀ ਇੱਥੇ ਫੰਡ ਨਹੀਂ ਚੱਕ ਸਕਦੀ। ਸਮਾਜ ਦੇ ਅੰਦਰ ਪਹਿਲਾਂ ਜਿੱਥੇ ਗੈਂਗਸਟਰਾਂ ਦੇ ਬਾਹਰ ਹੋਣ ਤੋਂ ਖਤਰਾ ਸੀ, ਹੁਣ ਜੇਲ੍ਹਾਂ ਤੋਂ ਵੱਧ ਖਤਰਾ ਹੁੰਦਾ ਜਾਪ ਰਿਹਾ। ਜਿਸ ਤਰੀਕੇ ਨਾਲ ਹਰ ਤਰ੍ਹਾਂ ਦੀ ਸੁਵਿਧਾ ਉਹਨਾਂ ਨੂੰ ਮਿਲ ਰਹੀ ਹੈ, ਜਿਵੇਂ ਬਾਸੀ ਸਾਹਿਬ ਨੇ ਕਿਹਾ ਕਿ ਉਹਨਾਂ ਦੀ ਪਨਾਹਗਾਹ ਬਣ ਗਈ ਹੈ, ਰਹਿਣਗਾਹ ਬਣ ਗਈ ਹੈ, ਨਸ਼ਿਆਂ ਦੇ ਅੱਡੇ ਬਣ ਗਏ ਹੈ। ਇਹ ਬਹੁਤ ਵੱਡਾ ਸਵਾਲ ਹੈ। ਤੁਸੀਂ ਇਸ ਮੁੱਦੇ ਉੱਤੇ ਕੀ ਸੋਚਦੇ ਹੋ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਤੁਸੀਂ ਸਾਰੇ ਜਿੰਨੇ ਸਾਡੇ ਦਰਸ਼ਕ ਦੇਖ ਰਹੇ ਸੀ ਇਸ ਚਰਚਾ ਨੂੰ, ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਮੈਂ ਮਸ਼ਕੂਰ ਹਾਂ ਸਾਰੇ ਬੁਲਾਰਿਆਂ ਦਾ ਜਿਹੜੇ ਆਏ ਸਾਡੇ ਤੱਕ, ਉਹਨਾਂ ਨੇ ਆਪਣੀ ਰਾਏ ਰੱਖੀ, ਆਪਣੀ ਗੱਲ ਰੱਖੀ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸੋ ਸਵਾਲ ਇਹੀ ਸੀ ਕਿ ਜੇਲ੍ਹਾਂ ਸੁਧਾਰ ਕਰਨੇ ਜਾਂ ਸੁਰੱਖਿਅਤ ਕਰਨੇ, ਤਾਂ ਨਿਕਲ ਕੇ ਹੀ ਗੱਲ ਆਈ ਹੈ ਕਿ ਇਹ ਪਨਾਹਗਾਹ ਬਣ ਗਈਆਂ ਨੇ, ਅੱਡੇ ਬਣ ਗਈਆਂ ਨੇ ਵੱਡੇ ਵੱਡੇ ਗੈਂਗਸਟਰਸ ਦੀਆਂ, ਨਸ਼ਿਆਂ ਦੀਆਂ। ਇੱਥੋਂ ਵੱਡੇ ਵੱਡੇ ਕਾਰੋਬਾਰ ਹੋ ਰਹੇ ਆ। ਜਿਹੜੀ ਚੀਜ਼ਾਂ ਦੇ ਨਾਲ ਨਕੇਲ ਕਸੀ ਜਾ ਸਕਦੀ ਹੈ ਮਾੜੇ ਸਿਸਟਮ ਦੇ ਉੱਤੇ, ਮਾੜੇ ਅਨਸਰਾਂ ਦੇ ਉੱਤੇ, ਮਾੜੀ ਸ਼ਹਿਦ ਜਿਨ੍ਹਾਂ ਨੂੰ ਹਾਸਲ ਹੈ, ਉਹਨਾਂ ਨੂੰ ਰੋਕਿਆ ਜਾ ਸਕਦਾ। ਫਿਰ ਆਖਰ ਉਹ ਚੀਜ਼ਾਂ ਐਕਸੈਪਟ ਕਿਉਂ ਨਹੀਂ ਕੀਤੀਆਂ ਜਾ ਰਹੀਆਂ, ਉਹਨਾਂ ਨੂੰ ਕਿਉਂ ਨਹੀਂ ਰੱਖਿਆ ਜਾ ਰਿਹਾ? ਵੱਡਾ ਸਵਾਲ ਹੈ। ਕੀ ਸੋਚਦੇ ਹੋ? ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ। ਡਿਬੇਟ ਦੇ ਵਿੱਚ ਇੰਨਾ ਹੀ, ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।